हाज़र हाँ दोस्तों, मैं देसराज काली। बरकतां वैब टीवी देख रहे हो तुसीं। प्रोग्राम है सस्सा सियासत। कल असीं गलबात कर रहे सीगे चरणदास संधू जी होरां नाल, एक आर्टिजन, एक इंटलैक्चुअल और एक सोशल वर्कर दे नाल, पॉलिटिकली अवेयर इंसान दे नाल, इंसानियत नूं मुहब्बत करने वाले इंसान दे नाल। और दिल विच कई गल्लां उबल रही सी, क्योंकि लगातार दहाकियां दा एक संघर्ष है, एक काम है, एक कारज है, एक पोलीटिकल सोच है, एक उसारू सोच है। तो बहुत सारिया गल्लां हुंदियां ने करन नूं जिहड़ियां समाज दे नाल असीं करनियां चाहुंदे हुंदे आ। कल टाइम हो गया सी ते मैं रिक्वेस्ट कीती सी संधू साहब नूं, मैं कहा मैं कल नूं फेर आऊँगा। हालांकि इन्हां दा काम डिस्टर्ब करदा मैं, मैनूं थोड़ा जिहा लगदा हुंदा, पर कई बारी साडीआं समाजिक जिम्मेवारियां असीं काम पिछे भी पाउंदे आ। संधू साहब पहला तो बहुत बहुत स्वागत है बरकतां वैब टीवी। धन्नवाद जी, बहुत बहुत तुहाडा एक बार फिर मैनूं मिलण दा। सो मैं चाहुंदा बई जिहड़ा अपणियां कल जिहड़ियां गल्लां रह गईयां जी, तुसीं महसूस करदे सी भी इहनूं थोड़ा जिहा होर लंबा चलाया जावे, पर समय की घाट करके आपां उहनूं उत्थे ही वाइंड अप कर दित्ता। तो कल वाली जी अपनी बाकी जी गल है वो आप अज करांगे। तो श्रोतियां का भी असीं धन्नवाद करते हैं जिन्होंने सानूं सुनिया। बहुत मेहरबानी। और संधू साहब मेरे मन च आउंदा सी जिहड़ा सैल्यूट साडा करना कल 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 रह गया, पर वो मैं शिद्दत दे नाल करना चाहुंदा सी, क्योंकि तुहाडे पोलीटिकल मैंटर कह लईए जिन्हां तो आपां बहुत कुछ सिੱਖਿਆ। मैं अपने आप नूं भी कहना हुन्ना कि मैं पोलीटिकल जे कुछ सिੱਖਿਆ तां लाहौरी राम बाली जी हुणी साडे बजुर्ग बुद्धिस्ट सच्चे अंबेडकरी सच्चियों ਹਿਰਦੇ ਚੋਂ ਤੇ ब्रेन चों मानसिकता चों भी अंबेडकर मिशन नूं समर्पित शख्सियत है। ਤੁਹਾਡੇ ਤੇ ਉਹਨਾਂ ਦਾ ਬਹੁਤ ਪ੍ਰਭਾਵ ਹੈ। ਤੁਸੀਂ ਉਹਨਾਂ ਦੀ ਸ਼ਖਸੀਅਤ ਬਾਰੇ ਵੀ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨਾਲ ਸਾਂਝ, ਕਿਉਂਕਿ ਮੈਂ ਜਦੋਂ ਦਲਿਤ ਸਰੋਕਾਰਾਂ ਦੀ ਗੱਲ ਕਰਦਾ ਤਾਂ ਜਿਹੜੇ ਲੋਕ ਸਰੋਕਾਰਾਂ ਲਈ ਲੜਦੇ ਰਹੇ ਆ, ਜੇਲ੍ਹਾਂ 'ਚ ਜਾਂਦੇ ਰਹੇ ਆ, ਕੇਸ ਕਿੰਨੇ ਚੱਲਦੇ ਨੇ ਉਹਨਾਂ ਦੇ ਉੱਤੇ, ਸਿਰਫ ਅੰਬੇਡਕਰ ਮਿਸ਼ਨ ਦੇ ਉੱਤੇ ਲਿਖਣ, ਆਪਣੇ ਸਮਾਜ ਬਾਰੇ ਲਿਖਣ, ਉਹਦੇ ਦੁੱਖ ਦਰਦ ਲਿਖਣ ਔਰ ਕੌਂਸਟੀਟਿਊਸ਼ਨਲੀ ਲਿਖਣ। ਕਾਰਨ ਵੀ ਕਿੰਨੇ ਇਸ ਉਮਰ ਦੇ ਵਿੱਚ ਵੀ ਕਿੰਨੇ ਕੇਸਾਂ ਦੇ ਵਿੱਚ ਉਹ ਉਲਝੇ ਹੋਏ ਨੇ, ਉਲਝਾਏ ਗਏ ਨੇ, ਪਰ ਉਹ ਅਜੇ ਵੀ ਦਬੰਗ ਨੇ। ਔਰ ਮੈਂ ਦਰਸ਼ਕਾਂ ਨੂੰ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਦੇ ਵੀ ਦਰਸ਼ਨ ਅਸੀਂ ਕਰਾਵਾਂਗੇ। ਮੈਂ ਸੰਧੂ ਸਾਹਿਬ ਨੂੰ ਰਿਕੁਐਸਟ ਕਰਾਂਗਾ ਅਸੀਂ ਦੋਏ ਜਾ ਕੇ ਉਹਨਾਂ ਨਾਲ ਵੀ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਤੁਸੀਂ ਪਹਿਲਾਂ LR ਬਾਲੀ ਜੀ ਹੋਰਾਂ ਬਾਰੇ, ਜਿਹੜੇ ਭੀਮ ਪੱਤਰਕਾ ਦੇ ਸੰਪਾਦਕ ਨੇ, ਤੁਸੀਂ ਕੱਲ੍ਹ ਦੱਸਿਆ ਸੀ 1958 ਤੋਂ ਸ਼ੁਰੂ ਹੋਈ, ਅੱਜ ਤੱਕ ਲਗਾਤਾਰ ਜਾਰੀ ਹੈ। ਉਹਨਾਂ ਦੇ ਜੀਵਨ ਲੜਾਈ ਸੰਘਰਸ਼ ਦੇ ਬਾਰੇ 'ਚ ਜ਼ਰੂਰ ਚਾਨਣਾ ਪਾਓ, ਫਿਰ ਆਪਾਂ ਅੱਜ ਦੀਆਂ ਗੱਲਾਂ ਜਿਹੜੀਆਂ ਉਹ ਵੀ ਕਰਾਂਗੇ। ਠੀਕ ਹੈ, ਬਹੁਤ ਸੋਹਣਾ ਕਾਲੀ ਸਾਹਿਬ ਸਵਾਲ ਤੁਸੀਂ ਪੁੱਛਿਆ, ਔਰ ਤੁਹਾਡੀ ਗੱਲ ਦੇ ਨਾਲ ਮੈਂ 100% ਸਹਿਮਤ ਹਾਂ। ਬਈ ਮੈਂ ਆਪਣਾ ਆਈਡੀਅਲ ਉਹਨਾਂ ਨੂੰ ਮੰਨਦਾ ਜੀ। ਮੈਂ ਜੋ ਕੁਛ ਵੀ ਹਾਂ, ਮੇਰੀ ਜੋ ਵੀ ਪਰਸਨੈਲਿਟੀ ਆ ਜੀ, ਮੈਂ ਉਹਨਾਂ ਨੂੰ ਆਪਣੇ ਪੋਲੀਟੀਕਲ ਗੁਰੂ ਮੰਨਦਾ ਜੀ। ਕਿਉਂਕਿ ਮੈਂ ਜੋ ਕੁਛ ਵੀ ਸਿੱਖਿਆ, ਲਿਖਣਾ ਉਹਨਾਂ ਕੋਲ ਸਿੱਖਿਆ, ਬੋਲਣਾ ਉਹਨਾਂ ਕੋਲ ਸਿੱਖਿਆ, ਜਿਹੜੀ ਮੇਰੇ ਅੰਦਰ ਜ਼ਰੂਰਤ ਪੈਦਾ ਹੋਈ ਉਹ ਵੀ ਉਹਨਾਂ ਤੋਂ ਆਈ। ਤੇ ਉਹਨਾਂ ਦਾ ਜਿਹੜਾ ਪੂਰਾ ਜੀਵਨ ਆ ਉਹ 27 ਜੁਲਾਈ 1930 ਨੂੰ ਪਾਕਿਸਤਾਨ ਦੇ ਵਿੱਚੋਂ ਪੈਦਾ ਹੋਏ ਜੀ। ਤੇ ਉਸ ਤੋਂ ਬਾਅਦ 1946 ਦੇ ਵਿੱਚ ਉਹ ਬਾਬਾ ਸਾਹਿਬ ਦੇ ਸੰਪਰਕ ਦੇ ਵਿੱਚ ਆਏ ਜੀ। ਉਹਨਾਂ ਦੇ ਚਾਚਾ ਜੀ ਜਿਹੜੇ ਸੀਗੇ ਉਹ ਡਾਕਟਰ ਸੀਗੇ। ਇਹ ਵੀ ਦੇਖੋ ਬੜੀ ਵੱਡੀ ਗੱਲ ਹੈ ਵੀ ਸਾਡੇ ਸਮਾਜ ਦੇ ਵਿੱਚ ਉਦੋਂ 1946 ਦੇ ਵਿੱਚ ਜਾਂ 40 ਦੇ ਵਿੱਚ ਡਾਕਟਰ ਹੋਣਾ ਬੜੀ ਵੱਡੀ ਗੱਲ ਸੀ। ਉਹ ਬੜੇ ਵੱਡੇ ਪਰਿਵਾਰ 'ਚੋਂ ਸੀ ਔਰ ਬੜਾ ਪੜ੍ਹਿਆ ਲਿਖਿਆ ਉਹਨਾਂ ਦਾ ਪਰਿਵਾਰ ਸੀ ਜੀ। ਔਰ ਉਹਨਾਂ ਦੇ ਫਾਦਰ ਸਾਹਿਬ ਆਹੀ ਮੇਰੇ ਵਾਲਾ ਹੀ ਕੰਮ ਕਰਦੇ ਸੀ ਜੀ। ਤੇ ਨਵੇਂ ਸ਼ਹਿਰ ਦੇ ਵਿੱਚ ਉੱਥੋਂ ਫਿਰ ਪਾਰਟੀਸ਼ਨ ਤੋਂ ਬਾਅਦ ਆ ਕੇ ਉਹ ਬਸ ਗਏ ਜੀ। ਤੇ ਨਵੇਂ ਸ਼ਹਿਰ ਤੋਂ ਬਾਅਦ ਫਿਰ ਉਹਨਾਂ ਦੇ ਵਿੱਚ ਜਲੰਧਰ ਦੇ ਵਿੱਚ ਆ ਕੇ ਆਪਣੀ ਇੱਥੇ ਜਿਹੜੀ ਆ ਨੌਕਰੀ ਕੀਤੀ ਜੀ। ਪੋਸਟ ਆਫਿਸ ਦੇ ਵਿੱਚ ਉਹ ਅਫਸਰ ਸੀਗੇ ਜੀ। ਤੇ ਬਾਬਾ ਸਾਹਿਬ ਦਾ ਜਿੱਦਣ ਦੇਹਾਂਤ ਹੋਇਆ 6 ਦਸੰਬਰ 1956 ਨੂੰ ਜੀ, ਉਹਨਾਂ ਦੀ ਇੱਕ ਆਟੋਬਾਇਓਗ੍ਰਾਫੀ ਆ, ਉਹ ਆਪਣੇ ਸਰੋਤੇ ਪੜ੍ਹ ਵੀ ਸਕਦੇ ਆ ਜੀ। ਇਹ ਉਹਨਾਂ ਦਾ ਆਟੋਬਾਇਓਗ੍ਰਾਫੀ ਦਾ ਨਾਂ ਹੈਗਾ ਅੰਬੇਡਕਰੀ ਹੋਣੇ ਕਾ ਅਰਥ, ਹਿੰਦੀ ਦੇ ਵਿੱਚ ਹੈਗੀ। ਉਹਦੇ ਵਿੱਚ ਸਾਰਾ ਉਹਨੇ ਵਿਸਤਾਰ ਦੇ ਨਾਲ ਲਿਖਿਆ ਜੀ। ਤੇ ਮੈਨੂੰ ਇਸ ਗੱਲ ਦਾ ਵੀ ਮਾਣ ਆ ਕਿ ਉਸ ਆਟੋਬਾਇਓਗ੍ਰਾਫੀ ਦਾ ਜਿਹੜਾ ਨਾਂ ਹੈ ਉਹ ਮੈਂ ਰੱਖਿਆ ਜੀ। ਉਹਨਾਂ ਨੇ ਉਹਦਾ ਨਾਮ ਰੱਖਿਆ ਸੀਗਾ ਬਈ ਹੱਠ ਮਰਦੋਂ ਕੀ ਰਾਸ। ਤੇ ਮੈਂ ਕਿਹਾ ਬਾਲੀ ਸਾਹਿਬ ਗੱਲ ਤੁਹਾਡੀ ਠੀਕ ਹੈ ਵੀ ਇਹਦਾ ਨਾਮ ਇਹ ਤੁਹਾਡੇ ਮੁਤਾਬਕ ਠੀਕ ਹੋ ਸਕਦਾ, ਪਰ ਜਿਹੜੀ ਅੱਜ ਦੀ ਜਨਰੇਸ਼ਨ ਆ ਉਹ ਉਹਨਾਂ ਨੂੰ ਸਮਝ ਨਹੀਂ ਆਉਣਾ, ਕਨਵੇ ਨਹੀਂ ਹੋਣਾ। ਉਹਨਾਂ ਨੇ ਫਿਰ ਮੇਰੀ ਡਿਊਟੀ ਲਾਤੀ ਵੀ ਜੇ ਤੁਹਾਨੂੰ ਇਹ ਨਾਮ ਪਸੰਦ ਨਹੀਂ ਤਾਂ ਫਿਰ ਤੁਸੀਂ ਰੱਖੋ। ਮੈਂ 2-3 ਨਾਮ ਉਹਨਾਂ ਨੂੰ ਸੁਝਾਏ, ਫਿਰ ਉਹਨਾਂ ਨੇ ਇਹ ਜਿਹੜਾ ਨਾਮ ਸੀ ਉਹ ਡਿਸਾਈਡ ਕਰ ਲਿਆ ਤੇ ਉਸੇ ਨਾਮ 'ਤੇ ਉਹ ਛਪੀ। ਤੇ ਬੜੀ ਉਹ ਲੋਕਾਂ ਨੇ ਪਸੰਦ ਕੀਤੀ। ਹਾਲਾਂਕਿ ਉਹ 2-3 ਵੋਲੀਅਮ ਉਹਦੇ ਛਪ ਸਕਦੇ ਸੀ ਕਿਉਂਕਿ ਬੜਾ ਲੰਬਾ ਉਹਨਾਂ ਦਾ ਸੰਘਰਸ਼ ਆ, ਪਰ ਉਹ ਸੰਖੇਪ ਦੇ ਵਿੱਚ ਜੋ ਬਿਲਕੁਲ ਜ਼ਰੂਰੀ ਸੀ ਉਹ ਉਹਨਾਂ ਨੇ ਉਸ ਕਿਤਾਬ ਦੇ ਵਿੱਚ ਛਾਪਿਆ।
ਤੇ ਉਹਦਾ ਨਾਮ ਅੰਬੇਡਕਰ ਹੀ ਹੋਣੇ ਕਰਥਿਆ। ਉਹ ਜੋ ਕੋ ਸਾਥੀ ਜ਼ਿਆਦਾ ਉਹਨਾਂ ਲਈ ਜਾਣਕਾਰੀ ਲੈਣੀ ਚਾਹਵੇ ਉਹ ਪੜ੍ਹ ਸਕਦਾ ਜੀ। ਸੋ ਉਹਨਾਂ ਨੇ 6 ਦਸੰਬਰ 1956 ਨੂੰ ਆਪਣੀ ਜਿਹੜੀ ਸਰਕਾਰੀ ਪੱਕੀ ਨੌਕਰੀ ਸੀ ਉਹ ਤੋਂ ਰਿਜ਼ਾਈਨ ਕਰਤਾ ਜੀ। ਕਿਉਂ ਜਿਹੜੀ ਮੈਂ ਕੱਲ੍ਹ ਵੀ ਗੱਲ ਕੀਤੀ ਸੀ ਨਾ ਵੀ ਜੇ 29 ਸਤੰਬਰ 1956 ਨੂੰ ਜੀ ਡਾਕਟਰ ਅੰਬੇਡਕਰ ਨੇ ਜਦੋਂ ਰਿਪਬਲਿਕਨ ਪਾਰਟੀ ਦਾ ਗਠਨ ਕੀਤਾ ਜੀ, ਉਹ ਬਾਲੀ ਸਾਹਿਬ ਦੀ ਆਖਰੀ ਮੁਲਾਕਾਤ ਹੈ ਬਾਬਾ ਸਾਹਿਬ ਨਾਲ ਜੀ। ਉਸ ਤੋਂ ਬਾਅਦ ਉਹ ਮਿਲੇ ਨਹੀਂ ਜੀ। ਤੇ ਉਸ ਤੋਂ ਜਿੱਦਾਂ ਸਤੰਬਰ ਦੀ ਗੱਲ ਆ ਤੇ ਸਤੰਬਰ, ਅਕਤੂਬਰ, ਨਵੰਬਰ, ਦਸੰਬਰ 4 ਮਹੀਨੇ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ 6 ਦਸੰਬਰ 1956 ਨੂੰ ਜੀ। ਤੇ ਇੱਥੇ ਉਹ ਸਰਵਿਸ ਕਰਦੇ ਜਲੰਧਰ ਜੀ। ਤੇ ਕੋਈ ਬਤਨਾ ਰਾਮ ਆਪਣੇ ਜਲੰਧਰ ਤੋਂ, ਰਾਮਨਗਰ ਤੋਂ ਜੀ, ਉੱਥੇ 4 ਕਲਾਸ ਦਾ ਕੋਈ ਇੰਪਲਾਈ ਸੀ ਜੀ। ਉਹਨਾਂ ਨੇ ਬਾਲੀ ਸਾਹਿਬ ਨੂੰ ਦੱਸਿਆ ਕਿ ਤੁਸੀਂ ਕੰਮ ਕਰੀ ਜਾਂਦੇ ਹੋ ਆਪਣੇ ਕਾਊਂਟਰ ਤੇ ਬੈਠੇ, ਤੁਹਾਨੂੰ ਪਤਾ ਨਹੀਂ ਲੱਗਾ? ਉਹ ਕਹਿੰਦੇ ਕੀ? ਕਹਿੰਦੇ ਰੇਡੀਓ ਤੇ ਖਬਰ ਆਈ ਕਿ ਬਾਬਾ ਸਾਹਿਬ ਚਲਾਣਾ ਕਰ ਗਏ ਜੀ। ਤੇ ਉਹ ਕਹਿੰਦੇ ਵੀ ਮੈਨੂੰ ਬੜੀ ਵਾਰੀ ਉਹਨੇ ਇਹ ਗੱਲ ਦੱਸੀ, ਕਹਿੰਦੇ ਮੈਂ ਜਾ ਕੇ ਜਿੱਥੇ ਇੱਕ ਸਾਡਾ ਸਾਈਕਲ ਸਟੈਂਡ ਹੁੰਦਾ ਸੀਗਾ ਜੀ, ਮੈਂ ਉੱਥੇ ਕੱਲਾ ਬਹੁਤ ਰੋਇਆ ਜੀ। ਮੈਂ ਰੋ ਕੇ ਅੱਧਾ ਘੰਟਾ ਰੋ ਕੇ ਫਿਰ ਆਪਣੇ ਆਪ ਨੂੰ ਆਪੇ ਸਮਝਾਇਆ ਵੀ ਰੋਣਾ ਦਾ ਮਸਲੇ ਦਾ ਹੱਲ ਨਹੀਂ ਜੀ। ਤੇ ਅਸੀਂ ਕਹਿੰਦੇ ਵੀ ਸ਼ੋਕ ਸਭਾ ਰੱਖੀ ਜੀ। ਮੈਂ ਜਲੰਧਰੋਂ ਕਹਿੰਦੇ ਬੱਸ ਫੜ ਕੇ ਬੱਸ ਸਟੈਂਡ ਤੋਂ ਨਵੇਂ ਸ਼ਹਿਰ ਚਲਾ ਗਿਆ ਜੀ। ਤੇ ਬੜੀ ਇਹ ਇੰਟਰਸਟਡ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਜੀ। ਵੀ ਜਦ ਕਹਿੰਦੇ ਮੈਂ ਬੱਸ 'ਚ ਬੈਠਾ ਬੜਾ ਉਦਾਸ ਜੀ, ਔਰ ਮੈਂ ਸਮਾਜ ਦਾ ਸੋਚ ਰਿਹਾ ਵੀ ਬਾਬਾ ਸਾਹਿਬ ਦੇ ਜਿੰਦੇ ਜੀ ਇੰਨਾ ਕੁਝ ਸਾਡੇ ਨਾਲ ਹੋ ਰਿਹਾ ਸੀ ਤੇ ਹੁਣ ਕੀ ਹੋਊ। ਤੇ ਉਹਨਾਂ ਨਾਲ ਬਿਤਾਇਓ ਪਲ ਜਿਹੜੇ ਉਹ ਮੇਰੇ ਕਹਿੰਦੇ ਫਿਲਮ ਵਾਂਗੂ ਦਿਮਾਗ 'ਚ ਘੁੰਮ ਰਹੇ ਸੀ। ਤੇ ਮੇਰੇ ਕਹਿੰਦੇ ਸੀਟ ਦੇ ਮੋਹਰੇ 2 ਸੱਜਣ ਬੈਠੇ ਗੱਲ ਕਰ ਰਹੇ ਆ। ਇੱਕ ਦੂਜੇ ਨੂੰ ਕਹਿ ਰਿਹਾ, ਉਹ ਕਹਿੰਦੇ ਪਤਾ ਲੱਗਾ ਵੀ ਅੰਬੇਡਕਰ ਚੱਲ ਵਸਿਆ ਜੀ? ਉਹ ਕਹਿੰਦਾ ਹਾਂ ਪਤਾ ਲੱਗਾ। ਤੇ ਉਹ ਨਾਲ ਦਾ ਕਹਿਣ ਡਿਆ ਵੀ ਚੱਲ ਵਧੀਆ ਹੋਇਆ, ਸਿਆਪਾ ਮੁੱਕਾ। ਕਹਿੰਦੇ ਮੈਂ ਪਿੱਛੇ ਬੈਠਾ ਸੀ, ਮੈਂ ਉਹਦੇ ਮੋਢੇ ਤੇ ਹੱਥ ਮਾਰਿਆ, ਕਹਿੰਦੇ ਬਰਖੁਰਦਾਰ ਸਿਆਪਾ ਮੁੱਕਾ ਨਹੀਂ, ਸਿਆਪਾ ਸ਼ੁਰੂ ਹੋਇਆ। ਕਹਿੰਦੇ ਮੈਂ ਤਾਂ ਪਹਿਲਾਂ ਬੜਾ ਦੁਖੀ ਸੀ ਉਹਨਾਂ ਦੀ ਮੌਤ ਕਰਕੇ, ਤੇ ਉੱਤੋਂ ਮੈਨੂੰ ਇਹ ਗੱਲ ਸੁਣਨ ਨੂੰ ਮਿਲੀ। ਤੇ ਕਹਿੰਦੇ ਮੈਂ ਫਿਰ ਵਾਅਦਾ ਉਹਨਾਂ ਨਾਲ ਕੀਤਾ ਸੀ ਵੀ ਤੁਹਾਡੇ ਜਾਣ ਤੋਂ ਬਾਅਦ ਜਿਹੜੀ ਇਹ ਮਿਸ਼ਨ ਦੀ ਲਾਅ ਆ, ਅਗਰ ਇਹ 'ਚ ਆਪਣਾ ਖੂਨ ਵੀ ਪਾਉਣਾ ਪਿਆ ਤੇ ਇਹਨੂੰ ਬਾਲ ਕੇ ਜਿੰਦਾ ਰੱਖੂੰਗਾ। ਔਰ ਖੁਸ਼ੀ ਵਾਲੀ ਗੱਲ ਇਹ ਆ ਉਹ ਜਿੰਦਾ ਰੱਖਿਆ, ਉਹਨੇ ਪਾਇਆ, ਖੂਨ ਵੀ ਪਾਇਆ। ਅੱਜ ਉਹ 92-93 ਸਾਲ ਦੇ ਹੋ ਗਏ ਜੀ। ਕਈ ਵਾਰ ਉਹਨਾਂ 'ਤੇ ਮੁਸੀਬਤਾਂ ਵੀ ਆਈਆਂ, ਉਹਨਾਂ ਦਾ ਇੱਕ ਸੱਟ ਵੀ ਉਹਨਾਂ ਦੇ ਲੱਗ ਗਈ। ਹੋਰ ਵੀ ਬੜਾ ਕੁਝ ਹੋਇਆ, ਜਿਵੇਂ ਤੁਸੀਂ ਦੱਸਿਆ ਬਈ 60 ਲਗਭਗ ਉਹਨਾਂ ਦੇ ਉੱਤੇ ਮੁਕੱਦਮੇ ਹੋਏ ਸਿਰਫ ਲਿਖਣ ਕਰਕੇ। ਉਹਨਾਂ ਨੇ ਉਹ ਵੀ ਫੇਸ ਕੀਤੇ। 2 ਕਿਤਾਬਾਂ ਉਹਨਾਂ ਦੀਆਂ ਜਿਹੜੀਆਂ ਉਹ ਸਰਕਾਰ ਨੇ ਬੈਨ ਕੀਤੀਆਂ। 200 ਦੇ ਲਗਭਗ ਉਹਨੀ ਕਿਤਾਬਾਂ ਲਿਖੀਆਂ। ਤੇ 1958 ਤੋਂ ਲੈ ਕੇ ਅੱਜ ਤੱਕ ਜਿਹੜੀ ਭੀਮ ਪੱਤਰਕਾ, ਕੱਲ੍ਹ ਵੀ ਆਪਾਂ ਗੱਲ ਕੀਤੀ ਵੀ ਲਗਾਤਾਰ ਚੱਲ ਰਹੀ ਆ ਪੂਰੇ ਦੇਸ਼ ਦੇ ਵਿੱਚ। ਜਿੰਨੇ ਵੀ ਸਾਡੇ ਬੁੱਧੀਜੀਵੀ ਆ ਜੀ, ਉਹ ਜਦੋਂ ਵੀ ਕਿਤੇ ਉਹਨਾਂ ਦੇ ਨਾਲ ਗੱਲ ਹੁੰਦੀ ਆ, ਤੁਸੀਂ ਵੀ ਬਹੁਤ ਵੱਡੇ ਸਾਹਿਤਕਾਰ ਹੋ, ਤੁਹਾਡਾ ਵੀ ਉਹਨਾਂ ਨਾਲ ਵਾਸਤਾ ਰਹਿੰਦਾ। ਅੰਬੇਡਕਰ ਭਵਨ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਪ੍ਰੋਫੈਸਰ ਸੱਦੀ ਦੇ ਆ। ਉਹ ਜਦ ਵੀ ਆਪਣੀ ਸਪੀਚ ਦੇ ਵਿੱਚ ਗੱਲ ਕਰਦੇ ਤਾਂ ਇਹ ਜ਼ਰੂਰ ਕਹਿੰਦੇ ਆ ਵੀ ਸਾਡੀ ਜਿਹੜੀ ਪਰਸਨੈਲਿਟੀ ਡਿਵੈਲਪ ਹੋਈ ਆ ਤਾਂ ਭੀਮ ਪੱਤਰਕਾਰ ਕਰਕੇ ਹੋਈ ਆ। ਮੈਂ ਤੁਹਾਨੂੰ ਇੱਕ ਉਦਾਹਰਣ ਦੇਣੀ ਚਾਹਾਂਗਾ, ਤੁਹਾਡੀ ਗੱਲ ਵਿੱਚ ਹੀ ਆ ਸੰਧੂ ਸਾਹਿਬ। ਮੈਨੂੰ ਵੱਖ-ਵੱਖ ਯੂਨੀਵਰਸਿਟੀਆਂ 'ਚ ਮੈਂ ਵੀ ਜਾਂਦਾ ਰਹਿਣਾ ਲੈਕਚਰ ਦੇਣ। ਮੈਂ ਸਿਕੰਦਰਾਬਾਦ ਯੂਨੀਵਰਸਿਟੀ, ਉੱਥੇ ਫੋਰਨ ਯੂਨੀਵਰਸਿਟੀ ਆ, ਫੋਰਨ ਲੈਂਗੁਏਜਿਸ ਦੀ ਯੂਨੀਵਰਸਿਟੀ ਆ, ਉੱਥੇ ਗਏ ਅਸੀਂ। ਮੈਂ ਪ੍ਰੋਫੈਸਰ ਰਾਜਕੁਮਾਰ ਹੰਸਵਾਦ ਆਲਸੋ ਮੇਰੇ ਨਾਲ ਸੀਗੇ, ਮੈਂ ਉਹਨਾਂ ਦੇ ਨਾਲ ਸੀ। ਉਹ ਤਾਂ ਸਿਆਣੇ ਲੋਕ ਨੇ ਨਾ, ਵੱਡੇ ਹਿਸਟੋਰੀਅਨ ਲੋਕ ਨੇ। ਉੱਥੇ ਸਾਨੂੰ ਸਤਿਆ ਨਾਰਾਇਣਨ ਪ੍ਰੋਫੈਸਰ ਨੇ ਅਟੈਂਡ ਕੀਤਾ। ਕਾਮਰੇਡ ਵਰਵਰਾ ਰਾਓ ਦੇ ਜਵਾਈ ਨੇ ਉਹ, ਅਸੀਂ ਸਾਰੇ ਜਾਣਦੇ ਹਾਂ ਉਹਨਾਂ ਨੂੰ, ਬਹੁਤ ਵੱਡੇ ਇੰਟਲੈਕਚੁਅਲ, ਹਾਈਲੀ ਇੰਟਲੈਕਚੁਅਲ। ਔਰ ਉਹਨਾਂ ਨੇ ਤੇਲਗੂ, ਮਲਿਆਲਮ, ਜਿਹੜੀਆਂ ਸਾਊਦਰਨ ਲੈਂਗੁਏਜ 'ਚ ਦਲਿਤ ਲਿਟਰੇਚਰ ਆਇਆ, ਉਹਨਾਂ ਨੂੰ ਨਾ ਕੇਵਲ ਐਡਿਟ ਕੀਤਾ ਬਲਕਿ ਉਹ ਬਹੁਤ ਮਹੱਤਵਪੂਰਨ ਉਹਨਾਂ ਦੇ ਫਾਰਵਰਡ ਵੀ ਲਿਖੇ। ਉਹਨਾਂ ਦਾ ਇੰਨਾ ਕਾਰਜ ਖੇਤਰ ਹੈ। ਔਰ ਜਦੋਂ ਮੈਂ ਉੱਥੇ ਗਿਆ, ਉਹਨਾਂ ਨੇ, ਮੈਂ ਜਲੰਧਰੋਂ ਗਿਆ, ਉਹਨਾਂ ਨੂੰ ਪਤਾ ਸੀਗਾ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਬਾਲੀ ਸਾਹਿਬ ਦਾ ਹੀ ਹਾਲ ਚਾਲ ਪੁੱਛਿਆ। ਔਰ ਉਹਨਾਂ ਨੇ ਕਿਹਾ ਮੇਰੀ ਜੈ ਭੀਮ ਕਿਉਂ। ਉਹਨਾਂ ਨੂੰ ਜਦੋਂ ਤੁਸੀਂ ਜਾਓਗੇ, ਔਰ ਭੀਮ ਪੱਤਰਕਾਰ ਦੀਆਂ ਗੱਲਾਂ, ਅਸੀਂ ਸਾਰੀ ਰਾਤ ਉਹਨਾਂ ਦੇ ਨਾਲ ਭੀਮ ਪੱਤਰਕਾਰ ਦੀਆਂ ਗੱਲਾਂ ਵੀ ਵਿੱਚ ਹੁੰਦੀਆਂ ਰਹੀਆਂ ਕਿ ਉਹਦੀ ਭੀਮ ਪੱਤਰਕਾਰ ਦੀ ਦਲਿਤ ਮੂਵਮੈਂਟ ਨੂੰ ਕੰਟਰੀਬਿਊਸ਼ਨ ਕੀ ਆ। ਸ਼ਾਇਦ ਤੁਸੀਂ ਮਹਾਰਾਸ਼ਟਰ ਦੀ ਕੋਈ ਘਟਨਾ ਦੱਸ ਰਹੇ ਸੀਗੇ ਕਿ ਕਿਵੇਂ ਉਹ ਸੈਲੀਬ੍ਰੇਟ ਕਰਦੇ ਸੀ ਲੋਕ। ਮਹਾਰਾਸ਼ਟਰ ਦੇ ਵਿੱਚ ਅੱਜ ਵੀ ਜੀ ਜਿਹੜੇ ਦਿਹਾਤ ਆ ਜੀ, ਉੱਥੇ ਜਦ ਭੀਮ ਪੱਤਰਕਾਰ ਜਾਂਦੀ ਆ, ਬਹੁਤ ਸਾਰੇ ਇਲਾਕੇ ਇੱਦਾਂ ਦੇ ਹੈਗੇ ਆ, ਗੜ੍ਹ ਚਰੋਲੀ ਆ, ਹੋਰ ਉੱਥੇ ਸਾਡਾ ਆਲ ਇੰਡੀਆ ਸਮਤਾ ਸੈਨਿਕ ਦਲ ਦਾ ਆਫਿਸ ਵੀ ਆਲ ਇੰਡੀਆ ਜੀ। ਉੱਥੇ ਕਾਲੀ ਸਾਹਿਬ ਜਦੋਂ ਭੀਮ ਪੱਤਰਕਾਰ ਚੱਲ ਜਾਂਦੀ ਆ ਤੇ ਉਹ ਟੱਲੀ ਵਜਾਉਂਦੇ ਆ ਜੀ। ਤੇ ਟੱਲੀ ਦੀ ਆਵਾਜ਼ ਸੁਣ ਕੇ ਸਾਰੇ ਨੇੜੇ ਦੇ ਲੋਕ ਜਿਹੜੇ ਆ ਜਾਂਦੇ ਆ ਜੀ।
ਤਾਂ ਫਿਰ ਉੱਥੇ ਇੱਕ ਨੌਜਵਾਨ ਜਿਹੜਾ ਜੀ। ਪੜ੍ਹਿਆ ਲਿਖਿਆ ਜੀ। ਉਹ ਇੱਕ ਥੜੇ ਦੇ ਉੱਤੇ ਖੜਾ ਹੋ ਕੇ ਭੀਮ ਪੱਤਰਿਕਾ ਪੜ੍ਹਦਾ ਜੀ ਤੇ ਬਾਕੀ ਸਾਰੇ ਲੋਕ ਥੱਲੇ ਬਹਿ ਕੇ ਸੁਣਦੇ ਸੁਣਦੇ ਆ। ਇੰਨੀ ਸ਼ਿੱਦਤ ਦੇ ਨਾਲ ਉਹ ਲੋਕ ਪੜ੍ਹਦੇ ਆ ਤੇ ਈਵਨ ਕਿ ਜਦੋਂ ਕਿਤੇ ਨਹੀਂ ਜਾਂਦੀ ਜਾਂ ਲੇਟ ਹੋ ਜਾਂਦੀ ਆ Yeah. ਤੇ ਉਹ ਵਿਆਕੁਲ ਹੋ ਜਾਂਦੇ ਵੀ ਸਾਨੂੰ ਭੀਮ ਪੱਤਰਿਕਾ ਨਹੀਂ ਮਿਲੀ ਨਹੀਂ ਮਿਲੀ। ਜਾਣੀ ਆਕਸੀਜਨ ਦੀ ਤਰ੍ਹਾਂ ਉਹ ਕੰਮ ਕਰਦੀ ਹੈ ਯੈਸ ਤੇ ਉਹ ਬਹੁਤ ਸਾਰੇ ਜਿੰਨੇ ਨੌਜਵਾਨ ਆ ਬਹੁਤ ਸਾਰੇ ਪ੍ਰੋਫੈਸਰ ਆ ਬਹੁਤ ਸਾਰੇ ਹੋਰ ਸਾਥੀ ਆ ਜਿਹੜੇ ਮਿਸ਼ਨ 'ਚ ਕੰਮ ਕਰਦੇ ਆ ਜੀ ਤੇ ਜਿਨ੍ਹਾਂ ਨੇ ਉਹ ਭੀਮ ਪੱਤਰਿਕਾ ਪੜ੍ਹ ਕੇ ਆਪਣੀ ਪਰਸਨੈਲਿਟੀ ਡਿਵੈਲਪ ਕੀਤੀ ਜੀ ਈਵਨ ਕਿ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਬਈ 1984-85 ਦੀ ਗੱਲ ਆ ਜੀ ਆਗਰੇ ਇੱਕ ਕਾਨਫਰੰਸ ਹੋ ਰਹੀ ਆ ਜੀ ਜਿਹਦੇ ਵਿੱਚ ਬਾਲੀ ਸਾਹਿਬ ਬੋਲ ਰਹੇ ਆਲ ਇੰਡੀਆ ਸਮਤਾ ਸੈਨਿਕ ਦਲ ਦੇ ਨਾਲ ਸੰਬੰਧਿਤ ਉਹ ਕਾਨਫਰੰਸ ਆ ਜੀ ਤੇ ਕਾਂਸ਼ੀ ਰਾਮ ਜੀ ਪਬਲਿਕ ਦੇ ਵਿੱਚ ਬੈਠੇ ਆ ਅੱਛਾ ਜਿਹੜੇ ਫਾਊਂਡਰ ਆ ਸਾਡੇ ਬੀਐਸਪੀ ਦੇ ਜੀ ਉਹ ਪਬਲਿਕ ਦੇ ਵਿੱਚ ਬਹਿ ਕੇ ਇਹਨਾਂ ਦੀ ਸਪੀਚ ਸੁਣ ਰਹੇ ਆ ਜੀ ਮੇਰੇ ਕੋਲ ਰਿਕਾਰਡਿੰਗ ਪਈ ਉਹ ਜੀ ਤੇ ਇਹਨਾਂ ਨੇ ਇੱਕ ਪ੍ਰੋਫੈਸਰ ਨੂੰ ਭੇਜਿਆ ਜੀ ਕਹਿੰਦੇ ਉਹ ਜਿਹੜੇ ਸੱਜਣ ਸਾਹਮਣੇ ਬੈਠੇ ਨਾ ਹਾਂਜੀ ਉਹਨਾਂ ਨੂੰ ਕਹਿ ਕੇ ਆਓ ਵੀ ਸਟੇਜ ਤੇ ਆ ਜਾਓ ਜੀ ਉਹ ਗਏ ਹਾਂਜੀ ਉਹਨਾਂ ਨੇ ਜਾ ਕੇ ਉਹਨਾਂ ਨੂੰ ਕਿਹਾ ਵੀ ਸਾਹਿਬ ਉਹ ਸਾਹਮਣੇ ਜਿਹੜੇ ਸਾਹਿਬ ਹੈਗੇ ਆ ਜੀ ਉਹ ਤੁਹਾਨੂੰ ਕਹਿ ਰਹੇ ਵੀ ਮੰਚ ਤੇ ਆ ਕੇ ਬਹਿ ਜਾਓ ਜੀ ਉਹ ਕਹਿੰਦੇ ਨਹੀਂ ਮੈਂ ਮੰਚ ਤੇ ਨਹੀਂ ਬਹਿਣਾ ਜੀ। ਮੈਂ ਉਹਨਾਂ ਨੂੰ ਸੁਣਨਾ ਹੈ ਮੈਂ ਇੱਥੇ ਬਹਿ ਕੇ ਸੁਣਨਾ ਵੱਡੇ ਬੰਦੇ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਵੱਡੀਆਂ ਗੱਲਾਂ। Yeah. ਤੇ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਇਹ ਗੱਲ ਕਹਿ ਕੇ ਕਿਸੇ ਨੂੰ ਛੋਟਾ ਜਾਂ ਵੱਡਾ ਨਹੀਂ ਕਰ ਰਹੇ ਉਹ ਵੱਡੇ ਨੇ ਵੱਡੇ ਤੋਂ ਨਹੀਂ ਵੱਡੇ ਹੀ ਰਹਿਣਾ ਹਾਂ ਸਾਡੀ ਕੋਈ ਹੈਸੀਅਤ ਨਹੀਂ ਕਿ ਉਹਨਾਂ ਦੇ ਉੱਤੇ ਕੋਈ ਟਿੱਪਣੀ ਟਿੱਪਣੀ ਕਰੀਏ ਪਰ ਉਹਨਾਂ ਦਾ ਜਿਹੜਾ ਯੋਗਦਾਨ ਆ ਉਹ ਸਲਾਹੁਣਯੋਗ ਆ ਨਹੀਂ ਇਹ ਦੋਨੇ ਹੀ ਸ਼ਖਸੀਅਤ ਦਾ ਵੱਡਪਣ ਹੈ ਕਿ ਉਹਨਾਂ ਨੇ ਪਛਾਣ ਲਿਆ ਤੇ ਉਹ ਉਹਨਾਂ ਨੂੰ ਸਤਿਕਾਰ ਦੇ ਰਹੇ ਨੇ ਬਿਲਕੁਲ। ਉਹ ਉਹਨਾਂ ਨੂੰ ਸਤਿਕਾਰ ਦੇ ਰਹੇ ਨੇ ਕਿ ਯਾਰ ਮੈਂ ਸਾਹਮਣੇ ਖੜੇ ਹੋ ਕੇ ਸੁਣਨਾ ਆ ਹੁੰਦੇ ਵੱਡੇ ਤੇ ਲੋਕ ਉਹਨਾਂ ਨੇ ਸਾਹਮਣੇ ਹੋ ਕੇ ਸੁਣਿਆ ਮੇਰਾ ਕਹਿਣ ਦਾ ਮਤਲਬ ਆ ਵੀ ਬਹੁਤ ਸਾਰੀ ਔਰ ਦੂਜੀ ਗੱਲ ਇਹ ਵੀ ਆ ਇੱਥੇ ਮੈਂ ਕੋਟ ਕਰਦਾ ਵੀ ਜਿਹੜੀ ਉਹਨਾਂ ਦੀ ਮੈਂ ਆਟੋ ਬਾਇਓਗ੍ਰਾਫੀ ਪੜ੍ਹੀ ਆ ਕਾਂਸ਼ੀ ਰਾਮ ਜੀ ਦੀ ਤੇ ਉਹਦੇ ਵਿੱਚ ਉਹਨੇ ਹਵਾਲਾ ਦਿੱਤਾ ਵੀ ਉਹ ਜਿਹੜੀ ਕਿਤਾਬ ਦੀ ਮੈਂ ਕੱਲ ਵੀ ਗੱਲ ਕਰਦਾ ਸੀਗਾ ਬਾਬਾ ਸਾਹਿਬ ਦਾ ਜਿਹੜਾ ਭਾਸ਼ਣ ਹੈ 1936 ਵਾਲਾ ਜੀ ਜੀ ਐਨੀਲੇਸ਼ਨ ਆਫ ਕਾਸਟ ਕਾਸਟ ਵਾਲਾ ਯੈਸ 14 ਜ਼ਬਾਨਾਂ ਦੇ ਵਿੱਚ ਬਾਲੀ ਸਾਹਿਬ ਨੇ ਉਹਨਾਂ ਅਨੁਵਾਦ ਕੀਤਾ ਜੀ ਉਰਦੂ 'ਚ ਕੀਤਾ ਮਰਾਠੀ 'ਚ ਕੀਤਾ ਤਮਿਲ 'ਚ ਕੀਤਾ ਪੰਜਾਬੀ 'ਚ ਕੀਤਾ ਜੀ। ਤੇ ਉਹ ਜਿੱਦਣ ਉਹਨਾਂ ਨੇ ਰਿਜ਼ਾਈਨ ਕੀਤਾ ਨੌਕਰੀ ਤੋਂ ਦੀਨਾ ਭਾਨਾ ਵਾਲੀ ਜਿਹੜੀ ਗੱਲ ਆ ਬੜੀ ਪਪੂਲਰ ਆ ਜੀ ਤੇ ਉਹ ਕਹਿੰਦੇ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੇਡਗਰ ਕੌਣ ਆ Yeah. ਕਿਉਂਕਿ ਛੁੱਟੀ ਦੀ ਗੱਲ ਸੀ ਉੱਥੇ ਜੀ। ਜਿੱਥੇ ਸਰਵਿਸ ਕਰਦੇ ਸੀ ਜੀ ਜੀ ਤੇ ਉਹਨਾਂ ਨੇ ਫਿਰ ਉਹ ਦੀਨਾ ਭਾਨਾ ਉਹਨਾਂ ਨੇ ਇਹਨਾਂ ਨੂੰ ਕਿਤਾਬ ਦੇ ਦਿੱਤੀ ਐਨੀਲੇਸ਼ਨ ਆਫ ਕਾਸਟ ਵੀ ਤੁਸੀਂ ਆਹ ਪੜ੍ਹ ਲਿਓ Yeah. ਔਰ ਉਹ ਸਾਰੀ ਰਾਤ ਪੜ੍ਹਦੇ ਰਹੇ Yeah. ਦਿਨ ਚੜ੍ਹ ਗਿਆ ਤਾਂ ਉਹ ਐਸਾ ਮਤਲਬ ਟਰਨਿੰਗ ਪੁਆਇੰਟ ਹੋ ਨਿਬੜਿਆ ਯੈਸ ਕਿ ਉਹਨਾਂ ਨੇ ਉਹ ਨੌਕਰੀ ਛੱਡ ਕੇ ਮੁੜ ਕੇ ਸਾਰਾ ਜਿਹੜਾ ਜੀਵਨ ਆ ਇਹ ਮਿਸ਼ਨ ਦੇ ਲਿਖੇ ਲਾਤਾ ਔਰ ਖੁਸ਼ੀ ਵਾਲੀ ਗੱਲ ਹੈ ਕਿ ਉਹ ਕਿਤਾਬ ਜਿਹੜੀ ਅਨੁਵਾਦ ਬਾਲੀ ਸਾਹਿਬ ਦੀ ਹੋਈ ਹੋਈ ਸੀ ਯਾ ਔਰ ਸੰਧੂ ਸਾਹਿਬ ਅਰੁੰਧਤੀ ਰਾਏ ਹੋਣਾ ਨੇ ਹੁਣ ਜਿਹੜਾ ਕੀਤਾ ਹੈ ਐਨੀਲੇਸ਼ਨ ਆਫ ਕਾਸਟ ਦੀ ਉਹਦੀ ਫਾਰਵਰਡ ਜਿਹੜੀ ਲਿਖੀ ਹੈ ਉਹਨਾਂ ਨੇ ਕਮਾਲ ਹੀ ਕਰਤਾ ਔਰ ਉਹਨਾਂ ਨੇ ਕਿਵੇਂ ਅੱਜ ਨਾਲ ਉਹਨੂੰ ਜੋੜਿਆ ਸਾਡੇ ਦੋਸਤ ਦਰਸ਼ਕ ਸਾਡੇ ਨਾਲ ਐਨੀਲੇਸ਼ਨ ਆਫ ਕਾਸਟ ਅਰੁੰਧਤੀ ਰਾਏ ਹੋਰਾਂ ਦੀ ਨਵਿਆਣਾ ਪ੍ਰਕਾਸ਼ਨ ਦੀ ਹੈ ਤੁਸੀਂ ਐਮਾਜ਼ੋਨ ਤੋਂ ਮੰਗਵਾ ਸਕਦੇ ਆ ਬਹੁਤ ਮਹੱਤਵਪੂਰਨ ਫਾਰਵਰਡ ਹੈ ਉਹਦਾ ਤੇ ਜੇ ਮੈਂ ਅਰੁੰਧਤੀ ਨੂੰ ਯਾਦ ਕਰਨ ਲੱਗ ਪਿਆ ਨਾਲ ਬਾਬਾ ਸਾਹਿਬ ਨੂੰ ਅਸੀਂ ਯਾਦ ਕਰ ਰਹੇ ਹਾਂ ਬਾਲੀ ਸਾਹਿਬ ਹੋਰਾਂ ਦੀ ਲੜਾਈ ਸਾਹਿਬ ਕਾਂਚੀ ਰਾਮ ਹੋਰਾਂ ਦੀ ਲੜਾਈ ਤਾਂ ਅੱਜ ਜਿਹੜਾ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਸੀਗਾ ਸਾਂਝੀ ਕਿ ਤੁਹਾਡੀ ਗੱਲ ਵਿੱਚ ਹੀ ਆ ਜੀ ਜੇ ਲੋਕਡਾਊਨ ਨਾ ਹੁੰਦਾ ਤੇ ਜਿਹੜਾ 20 ਵਾਲਾ ਲੰਘਿਆ 14 ਅਪ੍ਰੈਲ ਜੀ ਅਰੁੰਧਤੀ ਰਾਏ ਹੁਣੀ ਸਾਡੇ ਚੀਫ ਗੈਸਟ ਸੀ ਯਾ ਉਹਨਾਂ ਨਾਲ ਸਾਡਾ ਸਾਰਾ ਪ੍ਰੋਗਰਾਮ ਜਿਹੜਾ ਟਾਈ ਅਪ ਹੋ ਚੁੱਕਾ ਸੀਗਾ ਉਹਨਾਂ ਨੂੰ ਟਿਕਟ ਭੇਜਤਾ ਸੀ ਬਾਈ ਹੋਰਾਂ ਨਹੀਂ ਆਉਣਾ ਸੀ ਜੀ ਪਰ ਉਹ ਬਦਕਿਸਮਤੀ ਨੂੰ ਵੀ ਜੋ ਹਾਲਾਤ ਕਰਕੇ ਅਸੀਂ ਉਹ ਜਿਹੜੀ 14 ਅਪ੍ਰੈਲ ਦਾ ਜਿਹੜਾ ਫੰਕਸ਼ਨ ਆ ਕਰ ਨਹੀਂ ਸਕੇ ਤਾਂ ਤੁਸੀਂ ਆਪਣੀ ਗੱਲ ਕਰੋ ਜਿਹੜੀ ਕਰਦੇ ਯਾ ਸਾਡੇ ਸਰਕਾਰ ਨੇ ਇਸੇ ਕਰਕੇ ਮੈਂ ਅਰੁੰਧਤੀ ਰਾਏ ਨੂੰ ਯਾਦ ਕਰ ਰਿਹਾ ਸੀਗਾ ਮੈਂ ਇਹ ਕਹਿ ਰਿਹਾ ਸੀਗਾ ਕਿ ਮੇਰਾ ਸਵਾਲ ਤੁਹਾਡੇ ਵੱਲੋਂ ਇਹ ਸੀਗਾ ਕਿ ਭਾਈ ਜਦੋਂ ਅਸੀਂ ਇਹਨਾਂ ਵੱਡੇ ਲੋਕਾਂ ਨੂੰ ਯਾਦ ਕਰਦੇ ਹਾਂ ਤਾਂ ਫਿਰ ਸਮਾਜ ਦੀ ਸਭ ਤੋਂ ਜ਼ਿਆਦਾ ਲਤਾੜੀ ਜਾਣ ਵਾਲੀ ਧਿਰ ਉਹਦੀ ਦਸ਼ਾ ਤੇ ਉਹਦੀ ਦਿਸ਼ਾ ਬਾਰੇ ਸਾਨੂੰ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਔਰਤ ਪੰਜਾਬ ਦੀ ਦਲਿਤ ਔਰਤ ਖਾਸ ਕਰ ਪੇਂਡੂ ਦਲਿਤ ਔਰਤ ਦੀ ਸਥਿਤੀ ਕੀ ਆ ਤੇ ਇਹਨਾਂ ਦੇ ਸਾਡੇ ਵੱਡਿਆਂ ਦੇ ਥਾਟ ਦੀ ਲੋਚ ਦੇ ਤੁਸੀਂ ਗੱਲ ਕਰੋ ਤਾਂ ਜ਼ਿਆਦਾ ਵਧੀਆ ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ ਕਿ ਅਗਰ ਆਪਾਂ ਸਾਰੀ ਗੱਲ ਦੇ ਵਿੱਚ ਇਹ ਔਰਤ ਦੀ ਗੱਲ ਨਹੀਂ ਕਰਾਂਗੇ ਜੀ ਤੇ ਮੇਰਾ ਖਿਆਲ ਆ ਵੀ ਪ੍ਰੋਗਰਾਮ ਸਾਡਾ ਜਿਹੜਾ ਅਧੂਰਾ ਰਹਿ ਜਾਊਗਾ Yeah. ਕਿਉਂਕਿ ਅਸੀਂ ਵਾਂਝੇ ਹੋ ਜਾਵਾਂਗੇ ਇੱਕ ਬਹੁਤ ਵੱਡੀ ਜਾਣਕਾਰੀ ਤੋਂ। ਤੇ ਮੈਂ ਇੱਥੇ ਇੱਕ ਬਾਬਾ ਸਾਹਿਬ ਦੀ ਕੋਟੇਸ਼ਨ ਜਿਹੜੀ ਉਹ ਕੋਟ ਕਰਨੀ ਚਾਹੁੰਦਾ ਕਾਲੀ ਸਾਹਿਬ ਜੀ ਜੀ ਉਹਨਾਂ ਨੇ ਬਹੁਤ ਹੀ ਵਧੀਆ ਗੱਲ ਦੇ ਨਾਲ ਇਹ ਤੁਹਾਡੀ ਗੱਲ ਦਾ ਜਵਾਬ ਆ ਜਾਣਾ ਵਿੱਚ ਹੀ ਜੀ ਉਹ ਕਹਿੰਦੇ ਵੀ ਜੇ ਕਿਸੇ ਵੀ ਸਮਾਜ ਦਾ ਜਿਹੜਾ ਨਾ ਪੈਰਾਮੀਟਰ ਆ ਤਰੱਕੀ ਨੂੰ ਮਾਪਣ ਦਾ ਜੀ ਉਹ ਦੇਖਣਾ ਹੋਵੇ ਜੀ ਵੀ ਕਿਸੇ ਸਮਾਜ ਨੇ ਕਿੰਨੀ ਤਰੱਕੀ ਕਰ ਲਈ ਜੀ। ਅਗਰ ਇਹਨੂੰ ਮਾਪਣਾ ਹੋਵੇ ਤਾਂ ਕਿੱਦਾਂ ਮਾਪਿਆ ਜਾਵੇ ਤਾਂ ਉਹ ਕਹਿੰਦੇ ਮੇਰਾ ਆਪਣਾ ਨਜ਼ਰੀਆ ਬਾਬਾ ਸਾਹਿਬ ਕਹਿੰਦੇ ਇਹ ਆ ਵੀ ਉਸ ਸਮਾਜ ਦੀਆਂ ਜਿਹੜੀਆਂ ਔਰਤਾਂ ਉਹਨਾਂ ਦੀ ਦੁਰਦਸ਼ਾ ਕੀ ਆ ਯਾ ਉਹਨਾਂ ਨੂੰ ਦੇਖ ਕੇ ਅਸੀਂ ਇਹ ਕਹਾਂਗੇ ਵੀ ਸਮਾਜ ਕਿੰਨੀ ਕੁ ਤਰੱਕੀ ਕਰ ਗਿਆ ਕਰ ਗਿਆ
ਜਿਹੜਾ ਹੁਣ ਮੈਂ ਆਪਣੀ ਕਿਤਾਬ ਦੇ ਵਿੱਚ ਇਹ ਲਿਖਿਆ ਸੀ ਵੀ ਭਾਰਤ ਤਾਂ ਆਜ਼ਾਦ ਹੋ ਗਿਆ ਪਰ ਭਾਰਤੀਆਂ ਦਾ ਆਜ਼ਾਦ ਹੋਣਾ ਹਜੇ ਬਾਕੀ ਆ। ਔਰ ਉਹਨਾਂ ਦੇ ਵਿੱਚੋਂ ਵੀ ਔਰਤ ਦਾ ਉਹਨਾਂ ਦੇ ਵਿੱਚੋਂ ਵੀ ਉਹ ਤੋਂ ਵੀ ਜ਼ਿਆਦਾ ਮਤਲਬ ਟਫ ਆ। ਔਰਤ ਅੱਜ ਵੀ ਚਾਹੇ ਕਨਸਟੀਟਿਊਸ਼ਨ ਨੇ ਉਹਨਾਂ ਨੂੰ ਹੱਕ ਦੇ ਦਿੱਤੇ ਜੀ, ਉਹ ਤੋਂ ਪਹਿਲਾਂ ਦੀ ਜੋ ਹਾਲਤ ਆ ਅਗਰ ਉਹਦੀ ਆਪਾਂ ਗੱਲ ਕਰਨ ਲੱਗਾਂਗੇ ਤਾਂ ਸਾਰਾ ਟਾਈਮ ਆਪਣਾ ਉਹਦੇ ਵਿੱਚ ਹੀ ਚੱਲ ਜਾਣਾ। ਬੜੀ ਤਰਸਯੋਗ ਹਾਲਤ ਆ। ਮੈਂ ਸਾਹਿਤਕ ਤੌਰ ਤੇ ਨਾ ਸਾਹਿਰ ਲੁਧਿਆਣਵੀ ਉਹਨਾਂ ਦਾ ਬਹੁਤ ਵੱਡਾ ਫੈਨ ਆ। ਮੈਂ ਬਹੁਤ ਉਹਨਾਂ ਨੂੰ ਪੜ੍ਹਿਆ ਔਰ ਬੜਾ ਮੁਤਾਸਰ ਆ ਉਹਨਾਂ ਤੋਂ। ਉਹਨਾਂ ਨੇ ਇੱਕ ਗੀਤ ਲਿਖਿਆ, औरत ने जन्म दिया मर्दों को, मर्दों ने उसे बाजार दिया, जब जी चाहा मसला कुचला, जब जी चाहा दुरकार दिया। ये एक बहुत बड़ी मतलब उस बंदे दे अंदर संवेदना आ औरत प्रति बहुत कुछ नहीं लिखिया क्योंकि उन्होंने जी अपनी लाइफ है वो भी बड़ी इदां दी आ क्योंकि उन्होंने फादर साहब ने उन्होंने मदर नूं छड्ड दित्ता सी रही सीगा ਉਹ ਇਹਨਾਂ ਨੂੰ ਵੀ ਨਾਲ ਜਾਣਾ ਪਿਆ ਤੇ ਉਹ ਇੱਕ ਅਲੱਗ ਵਿਸ਼ਾ ਆ। ਪਰ ਜਿਹੜੀ ਗੱਲ ਤੁਸੀਂ ਕੀਤੀ ਵੀ ਔਰਤ ਦੀ ਜਿਹੜੀ ਦੁਰਦਸ਼ਾ ਆ ਉਹ ਮੈਨੂੰ ਤਾਂ ਅੱਜ ਵੀ ਬੜੀ ਤਰਸਯੋਗ ਲੱਗਦੀ ਆ। ਚਾਹੇ ਆਪਾਂ ਜਿੰਨਾ ਮਰਜ਼ੀ ਯਤਨ ਕਰ ਲਈਏ ਪਿੰਡਾਂ 'ਚ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਜਿਹੜੀਆਂ ਮਜ਼ਦੂਰ ਔਰਤਾਂ ਆ ਉਹਨਾਂ ਨੂੰ ਵਿਚਾਰੀਆਂ ਨੂੰ ਇਹੀ ਨਹੀਂ ਪਤਾ। ਈਵਨ ਕਿ ਯੂਪੀ ਦੇ ਵਿੱਚ ਇੱਕ ਪਿੰਡ ਦੇ ਵਿੱਚ ਰਵੀਸ਼ ਕੁਮਾਰ ਨੇ ਇੱਕ ਪ੍ਰੋਗਰਾਮ ਦਿਖਾਇਆ ਸੀ NDTV ਤੇ ਉਹ ਔਰਤ ਨੂੰ ਪੁੱਛਣ ਡਿਆ ਬਈ ਆਪਣੇ ਦੇਸ਼ ਦਾ ਨਾਂ ਕੀ ਆ। ਉਹ ਔਰਤ ਨੂੰ ਇਹ ਵੀ ਨਹੀਂ ਪਤਾ ਵੀ ਜਿਸ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਹਦਾ ਨਾਂ ਕੀ ਆ। ਤੇ ਪੰਜਾਬ 'ਚ ਵੀ ਇਹੋ ਜਿਹੀਆਂ ਹੈਗਾ। ਆਪਾਂ ਮਾਲਵੇ ਦੇ ਵਿੱਚ ਚਲੇ ਜਾਈਏ, ਮੈਂ ਬੰਤ ਸਿੰਘ ਝੱਬਰ ਹੋਰਾਂ ਦੇ ਇਲਾਕੇ 'ਚ ਫਿਰਦਾ ਰਿਹਾ ਔਰ ਉੱਥੇ ਜੋ ਠੱਠੀਆਂ ਦਾ ਹਾਲ ਹੈ ਨਾ, ਮਾਈ ਗॉड ਤੇ ਬੜੀ ਤਰਸਯੋਗ ਹਾਲਤ ਆ। ਤੇ ਤੁਸੀਂ ਬੰਤ ਸਿੰਘ ਦੀ ਗੱਲ ਕੀਤੀ ਹੈ, ਸਾਨੂੰ ਵੀ ਉੱਥੇ ਬਾਲੀ ਸਾਹਿਬ ਨੂੰ ਮੈਂ ਤੇ ਜੈ ਸਿੰਘ ਹੁਣੀ ਜਿਹੜੇ ਲਾਹੌਰ ਵਾਲੇ ਸੀਗੇ, ਜਿਹੜੇ ਦਲਿਤ ਮੁਕਤੀ ਦਾਸਤਾਨ ਵਾਲੇ ਸੀਗੇ, ਉਹਨਾਂ ਦੇ ਨਾਲ ਜਾਣ ਦਾ ਉੱਥੇ ਮੌਕਾ ਮਿਲਿਆ ਜੀ। ਤੇ ਸਾਡੇ ਨਾਲ ਜਗਮੋਹਨ ਸਿੰਘ ਹੁਣੀ ਵੀ ਸੀਗੇ ਜੀ। ਤੇ ਬੜੀ ਸ਼ਰਮ ਵਾਲੀ ਗੱਲ ਆ, ਉੱਥੇ ਇੱਕ ਕਿਸੇ ਮਜ਼ਦੂਰ ਨੇ ਕਿਸੇ ਸ਼ਾਹੂਕਾਰ ਕੋਲੋਂ 1100 ਰੁਪਈਆ ਲੈ ਲਿਆ ਵਿਆਜ ਤੇ ਉਹ ਦੇ ਨਹੀਂ ਸਕਿਆ। ਖੇਤ ਮਜ਼ਦੂਰ ਸੀ, ਕੁਝ ਹਾਲਾਤ ਘਰ ਦੇ ਇੱਦਾਂ ਦੇ ਹੋ ਗਏ, ਕੁਝ ਉਹਦੇ ਇੱਕ ਦੋ ਪਸ਼ੂ ਮਰ ਗਏ, ਉਹ ਨਹੀਂ ਦੇ ਸਕਿਆ। ਤੇ ਉੱਥੇ ਪੰਚਾਇਤੀ ਫੈਸਲਾ ਹੋਇਆ ਇਹ ਕਿ ਇਹਦੀ ਔਰਤ ਤੋਂ ਸ਼ਾਹੂਕਾਰ ਨੂੰ ਦੇਤੀ ਜਾਵੇ 1100 'ਚ। ਪੰਜਾਬ ਦੀਆਂ ਗੱਲਾਂ, ਇਹ ਪੰਜਾਬ ਦੀਆਂ ਗੱਲਾਂ। ਤੇ ਉਹ ਬਾਲੀ ਸਾਹਿਬ ਉਹਨੂੰ ਉੱਥੇ ਪੰਚਾਇਤ ਦੇ ਵਿੱਚ ਜਾ ਕੇ ਕਹਿਣ ਲੱਗੇ, ਉਹ ਕਹਿੰਦੇ ਵੀ ਜੇ ਤੇਰੀ ਔਰਤ ਕਿਸੇ ਨੇ 11 ਲੱਖ ਲਈ ਲਈ ਹੋਵੇ ਫਿਰ ਮਤਲਬ ਤੂੰ ਕਿਸੇ ਕੋ 11 ਲੱਖ ਲਿਆ ਹੋਵੇ, ਤੂੰ ਸ਼ਾਹੂਕਾਰ ਆ ਤੇ ਉਹ ਫੈਸਲਾ ਹੋ ਜੂ। ਇਹਦੀ ਤਾਂ ਤੂੰ ਮਤਲਬ ਫੈਸਲਾ ਕਰਤਾ ਪੰਚਾਇਤੀ ਤੁਸੀਂ ਵੀ 1100 ਦੇ ਵਿੱਚ ਔਰਤ ਇਹਨੂੰ ਦੇ ਦਿਓ। ਇਹ ਤਾਂ ਮਾਨਵਤਾ ਤੋਂ ਵੀ ਗਿਰੀ ਹੋਈ ਗੱਲ ਆ, ਹੈ ਨਾ। ਤੇ ਇਸ ਕਰਕੇ ਜਿਹੜੀ ਤੁਹਾਡੀ ਗੱਲ ਆ ਵੀ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਔਰਤਾਂ ਦੀ ਜੋ ਹਾਲਤ ਆ ਉਹਦੇ ਵਿੱਚ ਬਹੁਤਾ ਸੁਧਾਰ ਨਹੀਂ ਹੋਇਆ, ਥੋੜ੍ਹਾ ਹੋਇਆ। ਜਿੰਨਾ ਹੋਣਾ ਚਾਹੀਦਾ ਸੀ ਓਨਾ ਨਹੀਂ ਹੋਇਆ। ਚਾਹੇ ਆਪਾਂ ਜਿੱਥੇ ਵੀ ਕਿਤੇ ਬੋਲਦੇ ਹਾਂ ਔਰਤਾਂ ਦੇ ਸੰਬੰਧ ਦੇ ਵਿੱਚ, ਗੁਰੂ ਨਾਨਕ ਸਾਹਿਬ ਦੀ ਗੱਲ ਬਹੁਤ ਕੋਟ ਕਰਦੇ ਹਾਂ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਹ ਗੱਲ ਹੋਣ ਦੇ ਬਾਵਜੂਦ ਵੀ ਜਿਹੜੀ ਹਾਲਤ ਆ ਬਹੁਤ ਤਰਸਯੋਗ ਹੈ। ਉਹ ਸਾਨੂੰ ਉੱਦਾਂ ਹੀ ਦੀਦੀ ਆ ਜਿੱਦਾਂ ਅੱਜ ਤੋਂ ਸਦੀਆਂ ਪਹਿਲਾਂ ਸੀ। ਯਾਨੀ ਮਰਦ ਪ੍ਰਧਾਨ ਜਿਹੜਾ ਸਮਾਜ ਆ ਨਾ, ਉਹ ਚਾਹੁੰਦਾ ਨਹੀਂ। ਹੁਣ ਦੇਖੋ ਤੁਸੀਂ ਪੋਲੀਟੀਕਲ ਰਿਜ਼ਰਵੇਸ਼ਨ ਔਰਤਾਂ ਨੂੰ ਦੇਤੀ, 33% ਸਰਪੰਚ ਬਣਾਤੀਆਂ ਜਾਂ ਕੌਂਸਲਰ ਬਣਾਤੀਆਂ। ਉਹ ਜਿੱਥੇ ਵੀ ਕਿਤੇ ਪਿੰਡ ਦੇ ਵਿੱਚ, ਸਾਡੇ ਪਿੰਡ ਦੇ ਵਿੱਚ ਵੀ ਔਰਤ ਸਰਪੰਚ ਆ ਜੀ, ਪਰ ਉਹ ਤੇ ਪੰਚਾਇਤਾਂ ਦੇ ਵਿੱਚ ਉਹ ਕਦੀ ਬਹਿ ਕੇ ਫੈਸਲੇ ਕਰਦੀ ਨਾ। ਉੱਥੇ ਜਿਹੜੀ ਉਹਦੀ ਅਸੀਂ ਨੁਮਾਇੰਦਗੀ ਅਸੀਂ ਬਰਦਾਸ਼ਤ ਕਰਦੇ ਹਾਂ ਨਾ। ਉੱਥੇ ਪੰਚਾਇਤਾਂ ਦੇ ਫੈਸਲੇ ਉਹ ਬੰਦਾ ਕਰਦਾ ਜਿਹਨੂੰ ਚੁਣਿਆ ਹੀ ਨਹੀਂ। ਉਹਦੀ ਔਰਤ ਸਰਪੰਚ ਆ, ਉਹ ਤੜਵੈਲ ਕਰਦਾ। ਤੇ ਕਹਿਣ ਦਾ ਭਾਵ ਇਹ ਆ ਵੀ ਅਸੀਂ ਉਹਦੀ ਜਿਹੜੀ ਨੁਮਾਇੰਦਗੀ ਆ ਨਾ, ਉਹਨੂੰ ਅੱਜ ਵੀ ਨਜ਼ਰਅੰਦਾਜ਼ ਕਰ ਰਹੇ ਹਾਂ। ਤੇ ਸਾਡੀ ਜਿਹੜੀ ਮਾਨਸਿਕਤਾ ਜਿਹੜੀ ਉਹ ਉੱਦਾਂ ਦੀ ਆ ਵੀ ਅਸੀਂ ਔਰਤ ਨੂੰ ਸਹਿੰਦੇ ਹੀ ਨਹੀਂ। ਅਸੀਂ ਫਿਊਡਲ ਚੋਂ ਨਿਕਲੇ ਹੀ ਨਹੀਂ ਜੀ। ਤੁਸੀਂ ਪਿੰਡ, ਸੌਰੀ ਆਪਾਂ ਪਿੰਡਾਂ ਦੀ ਗੱਲ ਕਰਦੇ ਸੀਗੇ ਕਿ ਸਰਪੰਚੀ ਪੰਚੀ ਨਹੀਂ ਉਹ ਕਰਦੀਆਂ, ਜਾਂ ਉਹਨਾਂ ਦੇ ਘਰ ਦੇ ਕਰਦੇ ਨੇ, ਜਾਂ ਉਹ ਤੜਵੈਲ ਜਿਹੜੇ ਧੜੇ ਦੇ ਉਹ ਕਰਦੇ ਆ, ਉਹਨਾਂ ਵੱਲੋਂ ਰਿਜ਼ਰਵ ਕੈਟਾਗਰੀ ਦੇ ਤੌਰ ਦੇ ਉੱਤੇ ਖੜੇ ਹੁੰਦੇ ਨੇ। ਸਾਡੇ ਵੀ ਇੱਥੇ ਕਾਉਂਸਲਰ ਪਤੀ ਸ਼ਹਿਰਾਂ 'ਚ ਵੀ ਆ, ਵਰਗੇ ਸ਼ਹਿਰ ਦੇ ਵਿੱਚ ਕਾਉਂਸਲਰ ਪਤੀ ਇੱਕ ਟਰਮ ਹੀ ਕੱਢ ਲਈ। ਹਾਂ, ਜਦ ਕਿ ਉਹ ਤਾਂ ਚੁਣਿਆ ਹੀ ਨਹੀਂ, ਚੁਣੀ ਤਾਂ ਉਹਦੀ ਔਰਤ ਆ ਤੇ ਉਹ ਫੈਸਲੇ ਉਹ ਕਰੇ, ਉਹ ਜਾਵੇ, ਉਹ ਜਾਂਦਾ। ਤੇ ਇਸ ਕਰਕੇ ਉਹ ਜਾਣੀ ਜਿਹੜਾ ਦੇਸ਼ ਦਾ ਸੰਵਿਧਾਨ ਆ ਨਾ, ਜੇ ਉਹਦੇ ਉੱਤੇ ਇਮਾਨਦਾਰੀ ਨਾਲ ਅਮਲ ਹੋਇਆ ਹੁੰਦਾ ਤਾਂ ਫਿਰ ਹਾਲਤ ਕੁਝ ਹੋਰ ਹੋਣੀ ਸੀ। ਉਹਦੇ ਉੱਤੇ ਇਮਾਨਦਾਰੀ ਨਾਲ ਅਮਲ ਨਹੀਂ ਹੋਇਆ। ਔਰ ਮੈਂ ਇੱਕ ਆਰਟੀਕਲ ਲਿਖਿਆ ਸੀ ਸਟੇਟਸ ਦੇ ਉੱਤੇ ਜੀ, ਉਹ ਮੈਂ ਤੁਹਾਡੀ ਗੱਲ ਦਾ ਜਵਾਬ ਉਹ ਤੋਂ ਵਿਸ਼ਾ ਭਟਕ ਜਾਣਾ, ਪਰ ਉਹ ਮੈਂ ਕਹਿਣਾ ਚਾਹੁੰਦਾ ਜੀ। ਉਹ ਸਟੇਟਸ ਦੇ ਉੱਤੇ ਮੈਂ ਲਿਖਿਆ ਸੀਗਾ ਵੀ ਦੁਨੀਆ ਦਾ ਸ਼ਾਇਦ ਇੱਕੋ ਹੀ ਮੁਲਕ ਆ ਸਾਡਾ ਭਾਰਤ, ਜਿੱਥੇ ਕਾਨੂੰਨ ਤੋੜਨਾ ਸਟੇਟਸ ਆ।
ਦੁਨੀਆ ਦੇ ਵਿੱਚ ਮੁਲਕਾਂ ਦਾ ਜਿਹੜਾ ਸੰਵਿਧਾਨ ਹੈ ਉੱਥੇ ਕਾਨੂੰਨ ਨੂੰ ਫੋਲੋ ਕਰਨਾ ਸਟੇਟਸ ਹੈ, ਪਰ ਸਾਡਾ ਮੁਲਕ ਇੱਦਾਂ ਦਾ ਜਿੱਥੇ ਕਾਨੂੰਨ ਨੂੰ ਤੋੜਨਾ ਸਟੇਟਸ ਸਮਝਿਆ ਜਾਂਦਾ। ਮੈਂ ਇੱਕ ਤੁਹਾਡੀ ਗੱਲ ਤੋਂ ਹੀ ਆ, ਕਿਉਂਕਿ ਆਪਾਂ ਬਾਬਾ ਸਾਹਿਬ ਹੋਰਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਥਾਟ ਪ੍ਰੋਸੈਸ ਨੂੰ ਯਾਦ ਕਰ ਰਹੇ ਹਾਂ। ਜ਼ਿੰਦਗੀ 'ਚ ਬਹੁਤ ਸੰਘਰਸ਼ ਉਹਨਾਂ ਨੇ ਕੀਤੇ, ਪਾਖੰਡ ਨਹੀਂ ਕੀਤਾ। ਯਾਨੀ ਸਾਡੇ ਮਹਾਤਮਾ ਗਾਂਧੀ ਜੀ ਕਹਿੰਦੇ ਕਿ ਮੈਂ ਹਿੰਸਾ ਦੇ ਵਿਰੋਧੀ ਹਾਂ, ਅਹਿੰਸਾ ਦਾ ਪੁਜਾਰੀ ਹਾਂ, ਅਤੇ ਆਪਣੀ ਬੋਡੀ ਨਾਲ ਹੀ ਹਿੰਸਾ ਕਰਦੇ ਸੀ ਉਹ ਭੁੱਖੇ ਪਿਆਸੇ ਰਹਿ ਕੇ। ਪਰ ਬਾਬਾ ਸਾਹਿਬ ਅੰਬੇਡਕਰ ਨੇ ਇੱਕ ਵੀ ਕੰਮ ਐਸਾ ਨਹੀਂ ਕੀਤਾ ਜਿਹੜਾ ਕਾਨੂੰਨ ਤੋਂ ਬਾਹਰ ਜਾਂਦਾ ਹੋਵੇ, ਕਿਉਂਕਿ ਉਹ ਕਾਨੂੰਨ ਦੀ ਰਿਸਪੈਕਟ ਕਰਨਾ ਜਾਣਦੇ ਸੀਗੇ। ਔਰ ਉਹ ਇਹ ਕਹਿੰਦੇ ਸੀਗੇ ਕਿ ਜੇ ਤੁਸੀਂ ਕਾਨੂੰਨ ਦੀ ਰਿਸਪੈਕਟ ਕਰੋਗੇ ਤਾਂ ਭਾਰਤ ਕਿਤੇ ਦੀ ਕਿਤੇ ਤਰੱਕੀ ਕਰ ਜਾਏਗਾ, ਪਰ ਅਸੀਂ ਕਿਤੇ ਖੁੰਝ ਗਏ। ਬਿਲਕੁਲ, ਮੈਂ ਇਹ ਤੁਹਾਡੀ ਜਿਹੜੀ ਗੱਲ ਆ ਨਾ ਬਿਲਕੁਲ ਠੀਕ ਹੈ ਕਿ ਬਾਬਾ ਸਾਹਿਬ ਨੇ ਪੂਰੀ ਜ਼ਿੰਦਗੀ ਕਿਤੇ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲਿਆ, ਔਰ ਉਹ ਬਾਰ-ਬਾਰ ਉਹਨੇ ਮੂਵਮੈਂਟਾਂ ਵੀ ਲੜੀਆਂ, ਚਾਹੇ ਉਹ ਕਾਲਾ ਰਾਮ ਮੰਦਿਰ ਹੈ, ਚਾਹੇ ਉਹ ਚੌਦਾਰ ਤਲਾਬ ਹੈ, ਚਾਹੇ ਹੋਰ ਆ। ਉਹ ਕਹਿੰਦੇ ਸੀ ਵੀ ਜਦੋਂ ਆਪਾਂ ਕਾਨੂੰਨ ਨੂੰ ਤੋੜ ਲੈਂਦੇ ਨਾ ਤਾਂ ਫਿਰ ਜਿਹੜੀ ਤੁਹਾਡੀ ਮੂਵਮੈਂਟ ਆ, ਜਿਹੜਾ ਤੁਹਾਡਾ ਸੰਘਰਸ਼ ਆ, ਜਿਹੜਾ ਅੰਦੋਲਨ ਆ, ਉਹ ਕਮਜ਼ੋਰ ਹੋ ਜਾਂਦਾ। ਉਹਨਾਂ ਨੇ ਇੱਕ ਮਿਸਾਲ ਦਿੱਤੀ, ਕਾਲੀ ਸਾਹਿਬ ਮੇਰੇ ਦਿਮਾਗ 'ਚ ਗੱਲ ਆ ਗਈ, ਬਹੁਤ ਵਧੀਆ ਗੱਲ ਆ। ਸੁਕਰਾਤ ਉਹਨਾਂ ਨੂੰ ਬਹੁਤ ਸਾਰੇ ਲੋਕ ਜਿਹੜੇ ਆ ਪੜ੍ਹਨ ਲਿਖਣ ਵਾਲੇ ਜਾਣਦੇ ਆ ਕਿ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਸੀਗੇ ਆਪਣੇ ਸਮੇਂ ਦੇ ਵਿੱਚ, ਤੇ ਰੈਵੋਲੂਸ਼ਨਰੀ ਸੀਗੇ, ਤਰਕਸ਼ੀਲ ਸੀਗੇ, ਤੇ ਪਖੰਡਾਂ ਤੋਂ ਉੱਪਰ ਸੀਗੇ। ਤੇ ਉਹਨਾਂ ਨੂੰ ਉੱਥੋਂ ਦਾ ਜਿਹੜਾ ਧਾਰਮਿਕ ਸਿਸਟਮ ਸੀਗਾ ਉਹਨਾਂ ਨੇ ਫਤਵਾ ਸੁਣਾ ਕੇ ਉਹਨਾਂ ਨੂੰ ਜ਼ਹਿਰ ਦਾ ਪਿਆਲਾ ਪੀਣ ਲਈ ਮਜਬੂਰ ਕਰਤਾ। ਤੇ ਜਦੋਂ ਉਹਨਾਂ ਨੂੰ ਉਹ ਸਜ਼ਾ ਸੁਣਾਤੀ ਜ਼ਹਿਰ ਦਾ ਪਿਆਲਾ ਪੀਣ ਵਾਲੀ, ਤੇ ਉੱਥੇ ਕੋਈ ਧਾਰਮਿਕ ਉਹਨਾਂ ਦੇ ਸੈਰਾਮਨੀ ਆ ਗਈ ਦੇਸ਼ 'ਚ, ਤਾਂ ਉਹ ਡਿਲੇ ਹੋ ਗਈ ਥੋੜ੍ਹੀ ਸਜ਼ਾ ਉਹਨਾਂ ਦੀ, ਤੇ ਉਹਨਾਂ ਨੂੰ ਸਮਾਂ ਮਿਲ ਗਿਆ ਜੀਣ ਦਾ। ਤੇ ਉਹ ਕਿਤੇ ਦੂਰ ਜਾ ਕੇ ਨਦੀ ਦੇ ਕੰਢੇ ਦੇ ਉੱਤੇ ਉਹ ਸਾਰਾ ਕਰਦੇ ਸੀ, ਪ੍ਰਪੰਚ ਜੋ ਕਰਦੇ ਸੀ। ਤੇ ਜਿਹੜੇ ਉੱਥੋਂ ਦੇ ਸਿਪਾਹੀ ਸੀਗੇ ਉਹ ਵੀ ਉਹ ਤੋਂ ਮੁਤਾਸਿਰ ਸੀਗੇ, ਪ੍ਰਭਾਵਿਤ ਸੀ ਸੁਕਰਾਤ ਤੋਂ, ਉਹਦੀ ਫਿਲਾਸਫੀ ਤੋਂ। ਨੌਜਵਾਨ ਉਹ ਕਹਿੰਦੇ ਵੀ ਅਸੀਂ ਇੱਕ ਕੰਮ ਕਰ ਸਕਦੇ ਹਾਂ। ਤਾਂ ਉਹ ਰਾਜੇ ਮਹਾਰਾਜੇ ਜਿੰਨੇ ਸੀਗੇ ਉਹ ਤਾਂ ਉੱਥੇ ਗਏ ਹੋਏ ਆ, ਪੌਪ ਵੀ ਉੱਥੇ ਗਏ ਹੋਏ ਆ ਕਿ ਤੁਹਾਨੂੰ ਅਸੀਂ ਜੇਲ੍ਹ 'ਚੋਂ ਰਿਹਾ ਕਰ ਸਕਦੇ ਹਾਂ, ਤੁਸੀਂ ਦੌੜ ਜਾਓ। ਜਦ ਕਿ ਉੱਤੇ ਮੌਤ ਲਟਕ ਰਹੀ ਸਿਰ 'ਤੇ। ਉਹ ਕਹਿੰਦੇ ਬਿਲਕੁਲ ਨਹੀਂ, ਕਹਿੰਦੇ ਮੈਂ ਇਸ ਦੇਸ਼ ਦੇ ਕਾਨੂੰਨ ਦਾ ਸਨਮਾਨ ਕਰਦਾ, ਚਾਹੇ ਮੈਨੂੰ ਨਹੀਂ ਮਾਰ ਦੇਣਾ, ਕਿਉਂਕਿ ਇਹਨਾਂ ਨੂੰ ਸਮਝ ਨਹੀਂ। ਤੇ ਬਾਬਾ ਸਾਹਿਬ ਨੇ ਮਿਸਾਲ ਦਿੱਤੀ ਹੈ, ਕਹਿੰਦੇ ਉਹ ਜਿਸ ਬੰਦੇ ਦੇ ਸਿਰ ਤੇ ਮੌਤ ਲਟਕ ਰਹੀ ਉਹ ਵੀ ਸਨਮਾਨ ਕਰ ਰਿਹਾ ਕਾਨੂੰਨ ਦਾ। ਤੇ ਆਪਾਂ ਨੂੰ ਕਹਿੰਦੇ ਇਸ ਪੱਧਰ ਤੱਕ ਜਾ ਕੇ ਵੀ ਕਾਨੂੰਨ ਦਾ ਸਨਮਾਨ ਕਰਨਾ ਚਾਹੀਦਾ। ਬਹੁਤ ਅੱਛਾ, ਬਹੁਤ ਅੱਛਾ। ਤੁਸੀਂ ਹੁਣੇ ਨੌਜਵਾਨਾਂ ਨੂੰ ਯਾਦ ਕਰ ਰਹੇ ਸੀਗੇ, ਤੇ ਪੰਜਾਬ ਦੇ ਨੌਜਵਾਨ ਜਿਸ ਖੂਹ ਖਾਤੇ ਸਿੱਟੇ ਹੋਏ ਆ ਪਿਛਲੀਆਂ ਸਾਰੀਆਂ ਸਰਕਾਰਾਂ ਨੇ, ਕੈਪਟਨ ਹੋਵੇ, ਬਾਦਲ ਹੋਵੇ, ਜਿਹੜਾ ਮਰਜ਼ੀ, ਆਪਾਂ ਕੱਲ੍ਹ ਵੀ ਕਿਹਾ ਸੀਗਾ, ਰੰਗ ਵੱਖੋ ਵੱਖਰੇ ਨੇ, ਅੰਤਰਮਨ ਦੇ ਵਿੱਚ ਉਹੀ ਆ ਸਾਰਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਲੋਕ ਤੜਫ ਰਹੇ ਨੇ, ਵਿਦਿਆਰਥੀ ਉਹਨਾਂ ਦੇ ਰੋਲ ਨੰਬਰ ਨਹੀਂ ਦਿੱਤੇ ਜਾ ਰਹੇ, ਉਹਨਾਂ ਕੋਲੋਂ ਡਾਕੂਮੈਂਟ ਸਾਈਨ ਕਰਵਾਏ ਜਾ ਰਹੇ ਨੇ ਕਿ ਨਹੀਂ ਪਹਿਲਾਂ ਫੀਸ ਦਿਓ, ਮਜਬੂਰ ਕੀਤਾ ਜਾ ਰਿਹਾ ਹੈ, ਲੁੱਟ ਜਾਰੀ ਹੈ। ਸਰਕਾਰੀ ਕਾਲਜ ਜਿਹੜੇ ਆ ਉਹਨਾਂ ਦਾ ਬੇੜਾ ਗਰਕ ਕੀਤਾ ਪਿਆ ਆ। 80% ਉੱਥੇ ਅਧਿਆਪਕਾਂ ਦੀ ਭਰਤੀ ਨਹੀਂ ਹੋਈ 26 ਸਾਲ ਤੋਂ। ਆਹ ਨੌਜਵਾਨ ਕਿੱਥੇ ਖੜੇ ਨੇ ਤੁਹਾਡੇ ਖਿਆਲ ਦੇ ਮੁਤਾਬਕ? ਦੇਖੋ ਇੱਦਾਂ ਆ ਕਾਲੀ ਸਾਹਿਬ, ਬਈ ਮੈਨੂੰ ਜੋ ਲੱਗਦਾ ਪਰਸਨਲੀ ਬਈ ਇੱਕ ਜਦੋਂ ਤੋਂ ਇਹ ਸੰਘੀਆਂ ਦੀ ਸਰਕਾਰ ਆਈ ਆ 2014 ਤੋਂ ਲਾ ਕੇ ਹੁਣ ਤੱਕ, ਜਿਹੜੀ ਸਾਡੇ ਦੇਸ਼ ਦੀ ਐਜੂਕੇਸ਼ਨ ਸੀ, ਉਹ ਜਿਹੜੀ ਪਹਿਲੀ ਇਹਨਾਂ ਦੀ ਟਰਮ ਸੀ 14 ਤੋਂ 19 ਤੱਕ ਦੀ, ਉਹਦੇ ਵਿੱਚ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਸਾਰੇ ਜਿੰਨੇ ਵਾਈਸ ਚਾਂਸਲਰ ਸੀ ਯੂਨੀਵਰਸਿਟੀਆਂ ਦੇ, ਜਿਨ੍ਹਾਂ ਤੇ ਦੁਨੀਆ ਮਾਣ ਕਰਦੀ ਸੀ, JNU ਯੂਨੀਵਰਸਿਟੀ ਵਰਗੀਆਂ ਯੂਨੀਵਰਸਿਟੀਆਂ ਜਿਨ੍ਹਾਂ ਨੇ ਸਾਡੀ ਪਛਾਣ ਬਣਾਈ ਦੁਨੀਆ 'ਚ, ਉੱਥੇ RSS ਦੇ ਜਿਹੜੇ ਬੰਦੇ ਫਿੱਟ ਕੀਤੇ ਨਲਾਇਕ। ਬਿਲਕੁਲ। ਫਿਰ ਉਹ ਜਿਹੜਾ ਸਿਸਟਮ ਸੀਗਾ ਉਹਦਾ ਪੱਠਾ ਬਿਠਾਇਆ, ਉਹ ਜਾਣ ਬੁੱਝ ਕੇ ਤਬਾਹ ਕੀਤਾ, ਉਹਨੂੰ ਤਬਾਹ ਕੀਤਾ, ਉਹ ਤਬਾਹ ਕੀਤਾ ਜਾ ਰਿਹਾ। ਔਰ ਮੈਨੂੰ ਇਹ ਸ਼ਰਮ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਵੀ ਦੁਨੀਆ ਦੀਆਂ 100 ਯੂਨੀਵਰਸਿਟੀਆਂ ਦੇ ਵਿੱਚ ਇੰਡੀਆ ਦੀ ਇੱਕ ਵੀ ਯੂਨੀਵਰਸਿਟੀ ਨਹੀਂ। ਇਹ ਪੱਧਰ ਆ ਸਾਡੇ ਐਜੂਕੇਸ਼ਨ ਦਾ। ਔਰ ਦੂਜੀ ਗੱਲ, ਹੁਣ ਐਜੂਕੇਸ਼ਨ ਪਾਲਿਸੀ ਵੀ ਲੈ ਆਏ ਆਪਣੀ। ਐਜੂਕੇਸ਼ਨ ਪਾਲਿਸੀ ਬਣਾਉਣ ਵਾਲੇ ਜਿਹੜੇ ਪਾਲਿਸੀ ਮੇਕਰ ਆ ਜਾਂ ਉਹਨੂੰ ਅਪਲਾਈ ਕਰਨ ਵਾਲੇ ਜਿਹੜੇ ਪੋਲੀਟੀਕਲ ਲੋਕ ਆ ਰੂਲਿੰਗ ਪਾਰਟੀ 'ਚ, ਉਹਨਾਂ ਦੇ ਬੱਚੇ ਇੱਥੇ ਪੜ੍ਹਦੇ ਨਹੀਂ। ਯਾਨੀ ਤੁਸੀਂ ਜਿਸ ਬਿਮਾਰੀ ਦੀ ਦਵਾਈ ਉਹ ਵਿਦੇਸ਼ਾਂ 'ਚ ਪੜ੍ਹਦੇ ਆ। ਇਹਦਾ ਮਤਲਬ ਇਹ ਜਿਹੜਾ ਸਿਸਟਮ ਆ ਇਹ ਤੁਸੀਂ ਨਕਾਰਾ ਕਰ ਦਿੱਤਾ, ਇਸ ਕਰਕੇ ਨਹੀਂ ਪੜ੍ਹ ਰਹੇ। ਤੁਹਾਡੇ ਜਿਹੜੇ ਬੱਚੇ ਆ ਉਹ ਬਾਹਰ ਪੜ੍ਹਨ, ਤੇ ਜਿਹੜੇ ਸਾਡੇ ਬੱਚੇ ਆ ਜਿਨ੍ਹਾਂ ਨੂੰ ਜ਼ਿਆਦਾ ਪੜ੍ਹਾਈ ਦੀ ਲੋੜ ਆ, ਜੇ ਬਾਬਾ ਸਾਹਿਬ ਦੀ ਗੱਲ ਨੂੰ ਆਪਾਂ ਕੋਟ ਕਰੀਏ ਵੀ ਉਹਨੇ ਕਿਹਾ ਵੀ ਨੌਲੇਜ ਇਜ਼ ਪਾਵਰ। ਜਿੰਨਾ ਚਿਰ ਆਪਾਂ ਨੂੰ ਗਿਆਨ ਨਹੀਂ ਹੋਊਗਾ ਕਿਸੇ ਚੀਜ਼ ਦਾ, ਉਹਨਾਂ ਚਿਰ ਆਪਾਂ ਕਿੱਦਾਂ ਉੱਤੇ ਕਮੈਂਟ ਕਰਾਂਗੇ, ਕਿੱਦਾਂ ਬੋਲਾਂਗੇ, ਕਿੱਦਾਂ ਵਿਊ ਬਣਾਵਾਂਗੇ। ਦੂਜੀ ਗੱਲ ਇਹ ਵੀ ਮੈਂ ਗੱਲ ਦੇ ਨਾਲ ਵਾਧਾ ਕਰ ਰਿਹਾ ਗੱਲ ਦਾ, ਜਿਹੜਾ ਸਾਡੇ ਦੇਸ਼ ਦਾ ਬੁੱਧੀਜੀਵੀ ਆ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕੁਛ ਇੱਕ ਨੂੰ ਛੱਡ ਕੇ, ਉਹ ਬੇਈਮਾਨ ਆ।
ਉਹ ਸਰਕਾਰਾਂ ਦੇ ਤਲਵੇ ਚੱਟਣ ਵਾਲਾ ਬਣਿਆ। ਬਿਲਕੁਲ। ਜਿੱਦਾਂ ਦਰਬਾਰੀ ਹੁੰਦੇ ਸੀ ਨਾ ਪੁਰਾਣੇ ਰਾਜਾ ਮਹਾਰਾਜਿਆਂ ਦੇ ਰਾਜ 'ਚ, ਜਾ ਇਹ ਦਰਬਾਰੀ ਬਣ ਗਏ। ਜਾ ਦਰਬਾਰੀ ਬਣ ਕੇ ਇਹਨਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ। ਜਾ ਪੈਰੀਅਰ ਇੱਕ ਜਗ੍ਹਾ ਲਿਖਦੇ ਆ, ਕਹਿੰਦੇ ਵੀ ਪੜ੍ਹੇ ਲਿਖੇ ਹੋਣਾ ਤਾਂ ਸਮਝਦਾਰ ਹੋਣਾ ਦੋ ਅਲੱਗ-ਅਲੱਗ ਗੱਲਾਂ ਆ। ਬਹੁਤ ਪੁਆਇੰਟ ਵਧੀਆ, ਬਹੁਤ ਪੁਆਇੰਟ ਹੋਣਾ। ਪੜ੍ਹੇ ਲਿਖੇ ਡਿਗਰੀਆਂ ਤਾਂ ਲਈ ਫਿਰਦੇ ਆ ਪਰ ਅੱਛਾ, ਡਿਗਰੀਆਂ ਵਾਲੀ ਜਿਹੜੀ ਗੱਲ ਆ, ਇਹ ਧੁਨ ਬੜੀ ਤੇਰੇ ਬਿਨਾ ਜ਼ਿੰਦਗੀ ਸ਼ਿਕਵਾ, ਇਹੋ ਜਿਹੀ ਧੁਨ ਤਾਂ ਕੋਈ ਮੈਨੂੰ ਪਤਾ ਹੈ ਰਾਜ਼ ਇਸ ਧੁਨ ਦਾ। ਮੈਂ ਚਾਹੁੰਦਾ ਆਪਾਂ ਪੋਲੀਟੀਕਲ ਗੱਲਾਂ ਛੱਡੀਏ ਯਾਰ। ਇਹ ਧੁਨ ਦੇ ਰਾਜ਼, ਇੰਨੀ ਬਾਰੀਕ ਹਿਰਦੇ ਚ ਉਤਰਨ ਵਾਲੇ ਗੀਤ ਦੀ ਧੁਨ ਲੱਗੀ ਹੋਈ ਹੈ ਤੁਹਾਡੇ ਮੋਬਾਈਲ। ਇਹ ਕੱਲ ਵੀ ਵੱਜਿਆ ਸੀ, ਕੱਲ ਵੀ ਮੇਰੇ ਧਿਆਨ ਚ ਆਇਆ ਸੀ, ਪਰ ਅੱਜ ਇਹ ਰਾਜ ਖੋਲ ਹੀ ਦਿਓ ਆਖੀਰ ਦੇ ਵਿੱਚ। ਆਖਰੀ ਸਵਾਲ ਹੀ ਹੋਏਗਾ ਮੇਰਾ, ਇਹ ਰਾਜ ਖੋਲੋ। ਇੰਨੀ ਬਾਰੀਕ ਦਾ ਮਤਲਬ ਇੰਨੀ ਡੈਪਥ ਦੇ ਗੀਤ ਦੀ ਧੁਨ ਕਿਉਂ ਵੱਜਣ ਡਈ ਬਈ? ਤੇ ਮੈਂ ਜਿਹੜੀ ਗੱਲ ਪਹਿਲਾਂ ਕਰਦਾ ਸੀ ਨਾ, ਤਾਂ ਵਿੱਚ ਫੋਨ ਆ ਗਿਆ, ਉਹ ਇਹਦਾ ਮੈਂ ਜਵਾਬ ਤੁਹਾਨੂੰ ਬਾਅਦ ਚ ਦਊਂਗਾ। ਡਿਗਰੀਆਂ ਦੀ ਤੁਸੀਂ ਗੱਲ ਕਰ ਰਹੇ ਸੀ, ਮੇਰਾ ਆਪਣਾ ਮੰਨਣਾ ਆ ਵੀ ਜਿਹੜੀਆਂ ਐਜੂਕੇਸ਼ਨ ਦੇ ਵਿੱਚ ਡਿਗਰੀਆਂ ਨਾ, ਉਹ ਗਿਆਨ ਤੱਕ ਪਹੁੰਚਣ ਦਾ ਇੱਕ ਸਾਧਨ ਆ, ਗਿਆਨ ਨਹੀਂ। ਜੇ ਕੋਈ ਪੌੜੀ ਨੂੰ ਹੀ ਮੰਜ਼ਿਲ ਸਮਝ ਬੈਠਾ ਤਾਂ ਮੂਰਖ ਆ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਇਸ ਕਰਕੇ ਗਿਆਨਵਾਨ ਹੋਣਾ ਅਲੱਗ ਗੱਲ ਆ ਤੇ ਡਿਗਰੀਆਂ ਹਾਸਲ ਕਰਨੀਆਂ ਅਲੱਗ ਗੱਲ ਆ। ਜੇ ਡਿਗਰੀਆਂ ਹਾਸਲ ਕਰਕੇ ਅਸੀਂ 5 ਪੜ੍ਹੇ ਪੰਡਤ ਕੋਲ ਜਾ ਕੇ ਮਹੂਰਤ ਕਢਾਉਣਾ ਕੋਟੀ ਦਾ, ਤੇ ਉਹਦੇ ਨਾਲ ਪੜ੍ਹ ਚੰਗਾ। ਠੀਕ ਹੈ, ਬਿਲਕੁਲ ਠੀਕ ਹੈ ਨਾ, ਬਿਲਕੁਲ। ਤੇ ਹੁਣ ਆਪਾਂ ਉਸ ਸਵਾਲ ਦੇ ਜਵਾਬ ਚ ਆਉਂਦੇ ਆ। ਤੁਸੀਂ ਮੈਨੂੰ ਸਵਾਲ ਕੀਤਾ ਬਈ ਤੁਸੀਂ ਆ ਜਿਹੜੀ ਤੁਹਾਡੀ ਰਿੰਗ ਟਿਊਨ ਹੈ ਮੋਬਾਈਲ ਦੀ, ਬਈ ਬੜਾ ਉਹ ਗੀਤ ਹੈਗਾ। ਅਸਲ ਦੇ ਵਿੱਚ ਮੈਂ ਸੰਗੀਤ ਨੂੰ ਬਹੁਤ ਪਿਆਰ ਕਰਦਾ ਜੀ, ਤੇ ਤੁਹਾਨੂੰ ਪਤਾ। ਤੇ ਅਸੀਂ ਇੱਕ ਸੰਸਥਾ ਵੀ ਬਣਾਈ ਹੋਈ ਆ, ਸੁਰਤਾਲ ਸੰਗੀਤ ਸਭਾ ਜੀ, ਮੈਂ ਉਹਦਾ ਜਨਰਲ ਸੈਕਟਰੀ ਆ। ਤੇ ਅਸੀਂ ਕਿਤੇ ਜਦੋਂ ਗਾਹੇ ਬਗਾਹੇ ਜਦੋਂ ਕਿਤੇ ਹਾਲਾਤ ਠੀਕ ਹੁੰਦੇ, ਮਾਹੌਲ ਅੱਛਾ ਹੁੰਦਾ, ਤੇ ਪ੍ਰੋਗਰਾਮ ਵੀ ਕਰਾਈਦੇ ਆ ਸੰਗੀਤ। ਉਹ ਵੀ ਕਲਾਸੀਕਲ ਜਾਂ ਸੈਮੀ ਕਲਾਸੀਕਲ? ਕਲਾਸੀਕਲ ਮਿਊਜ਼ਿਕ ਨੂੰ ਅਸੀਂ ਮੈਂ ਬਹੁਤ ਪਿਆਰ ਕਰਦਾ। ਮੈਂ ਹਰਵੱਲਭ ਸੰਗੀਤ ਸੰਮੇਲਨ ਦਾ ਕਦੀ ਵੀ ਮੈਂ ਉਹ ਛੱਡਿਆ ਨਹੀਂ, ਬੜਾ ਦੀਵਾਨਾ ਹੈਗਾ ਉਹਦਾ। ਤੇ ਪਿਛਲੇ ਦਿਨੀ ਅਸੀਂ ਜਿੱਥੋਂ ਦੇ ਬਾਬਾ ਹਰਵੱਲਭ ਸੀਗੇ ਜੀ, ਇਹ ਬਜਵਾੜੇ ਤੋਂ ਸੀਗੇ ਉਹ, ਉੱਥੇ ਅਸੀਂ ਉਹ ਕਿਲ੍ਹਾ ਵੀ ਦੇਖ ਕੇ ਆਏ। ਉਹਦੀ ਬੜੀ ਤਰਸਯੋਗ ਹਾਲਤ ਆ। ਅੱਛਾ, ਮੈਂ ਇਹਦੇ ਵਿੱਚ ਦੀ ਜਿੰਨੇ ਵੀ ਸੰਗੀਤ ਨਾਲ ਇਹ ਸੰਬੰਧਿਤ ਲੋਕ ਨੇ, ਤੇ ਸਾਡੇ ਇੱਥੋਂ ਪੰਜਾਬ ਦੇ ਵਿੱਚੋਂ ਜਲੰਧਰ ਤੋਂ ਖਾਸ ਤੌਰ ਤੇ ਸਾਡੇ ਸਾਥੀ ਹੰਸਰਾਜ ਹੰਸ ਜੀ, ਅੱਜ ਕੱਲ੍ਹ MP ਨੇ ਦਿੱਲੀ ਤੋਂ, ਉਹ ਰਾਜ ਗਾਇਕ ਨੇ। ਉਹਨਾਂ ਦੇ ਨੋਟਸ ਵਿੱਚ ਇੱਕ ਗੱਲ ਮੈਂ ਲਿਆਉਣੀ ਚਾਹੁੰਦਾ। ਅਸੀਂ ਵੈਸੇ ਚਿੱਠੀ ਉਹਨਾਂ ਨੂੰ ਪਾਉਣੀ ਸੀ, ਹੋਰਨਾਂ ਨੂੰ ਵੀ ਪਾਉਣੀ ਸੀ। ਚਲੋ ਮੈਂ ਹੁਣ ਉਹ ਚਿੱਠੀ ਦੀ ਬਜਾਏ ਆਪਣੀ ਗੱਲ ਇਹ ਤੁਹਾਡੇ ਮਾਧਿਅਮ ਤੋਂ ਉਹਨਾਂ ਨੂੰ ਪਹੁੰਚਾਉਣਾ ਚਾਹੁੰਦਾ ਵੀ ਉਹਦੀ ਬੜੀ ਤਰਸਯੋਗ ਹਾਲਤ ਆ। ਤੇ ਉਹ ਕੋਈ ਨਾ ਕੋਈ ਟਰਸਟ ਬਣਾ ਕੇ ਜਾਂ ਉੱਥੇ ਪੰਚਾਇਤ ਨੂੰ, ਅੰਬਿਕਾ ਸੋਨੀ ਉੱਥੋਂ ਦੇ ਆ, ਤੇ ਜਿਹੜਾ ਬੈਜੂ ਬਾਬਰਾ ਸੀ ਉਹ ਵੀ ਉੱਥੋਂ ਦੇ ਆ, ਉਹ ਬੀਬੀ ਟੁੰਟੁਨ ਸਾਡੀ, ਹਾਂ, ਉਹ ਵੀ ਉੱਥੇ ਦੇ। ਤੇ ਇੱਕ ਇਤਿਹਾਸਕ ਉੱਥੇ ਕਾਲੀ ਸਾਹਿਬ ਗੁਰਦੁਆਰਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਇਹ ਪਤਨੀ ਸੀਗੇ ਨਾ ਅਜੀਤ ਕੌਰ ਜੀ, ਉੱਥੋਂ ਦੇ ਸੀਗੇ। ਉੱਥੇ ਗੁਰਦੁਆਰਾ ਬਣਿਆ ਉਹਨਾਂ ਦੀ ਯਾਦ ਦੇ ਵਿੱਚ, ਤੇ ਉਹ ਬੜਾ ਹਿਸਟੋਰੀਕਲ ਪਿੰਡ ਆ। ਤੇ ਉੱਥੋਂ ਜਿਹੜਾ ਕਿਲ੍ਹਾ ਆ ਉਹ ਢਹਿ ਢੇਰੀ ਹੋ ਰਿਹਾ। ਤੇ ਮੈਂ ਸਰਕਾਰ ਦੇ ਵੀ ਨੋਟਸ ਵਿੱਚ ਗੱਲ ਲਿਆਉਣਾ, ਤੇ ਜਿਹੜੇ ਸੰਗੀਤ ਨਾਲ ਲੋਕ ਪ੍ਰੇਮ ਕਰਦੇ ਉਹਨਾਂ ਦੇ ਨੋਟਸ ਵੀ ਲਿਆਉਣਾ ਤੁਹਾਡੇ ਮਾਧਿਅਮ ਨਾਲ, ਬਈ ਉਹਦੀ ਦੇਖ ਰੇਖ ਕੀਤੀ ਜਾਵੇ, ਉਹਨੂੰ ਉਹ ਸਾਂਭਿਆ ਜਾਵੇ, ਉਹਦੀ ਉਸਾਰੀ ਕੀਤੀ ਜਾਵੇ। ਤੇ ਅਸੀਂ ਇੱਕ ਮੇਰੇ ਬ੍ਰਦਰ ਆ ਡਾਕਟਰ ਮਹਿੰਦਰ ਸੰਧੂ ਜੀ, ਉਹ ਇੱਕ ਚੈਨਲ ਚਲਾਉਂਦੇ ਆ, ਸੰਧੂ ਕਲਾਸਿਕ ਸਟੂਡੀਓ। ਓਕੇ। ਤੇ ਉਹ YouTube ਤੇ ਹੈਗਾ। ਮੇਰਾ ਇੱਕ ਗੀਤ ਵੀ ਰਿਕਾਰਡ ਹੋਇਆ ਜੀ, ਇਹ ਸਾਡੇ ਹੱਕ ਜੀ। ਤੇ ਉਹ ਗੀਤ ਜੇ ਕੋਈ ਸਾਥੀ ਸੁਣਨਾ ਚਾਹਵੇ ਤਾਂ YouTube ਤੇ ਸਾਡੇ ਹੱਕ ਅੱਗੇ ਲਿਖਿਆ ਜਾਵੇ ਤਾਂ ਉਹ 'ਚ ਨਿਕਲ ਆਉਂਦਾ। ਤੇ ਉਹ ਸਾਡੇ ਪਿੰਡ ਦੇ ਸਾਥੀ ਆ, ਸਾਡੇ ਜਗਤਾਰ ਵਰਿਆਣ ਵੀ ਉਹਨੇ ਗਾਇਆ। ਤੇ ਉਹ ਗੀਤ ਲਿਖਿਆ ਬਈ ਤੁਸੀਂ ਜੇ ਜੀਣਾ ਚਾਹੁੰਦੇ ਹੋ, ਜੀਉਣ ਲਈ ਮਰਨਾ ਪੈਂਦਾ ਯਾਰਾ, ਹੱਕ ਮੰਗਿਆ ਮਿਲਦੇ ਨਹੀਂ, ਹੱਕਾਂ ਲਈ ਲੜਨਾ ਪੈਂਦਾ ਯਾਰ। ਇਹ ਬੋਲਿਆ ਗੀਤ। ਤੇ ਮੈਂ ਬੜਾ ਮਤਲਬ ਖੁਸ਼ਕਿਸਮਤ ਆ ਕਿ ਮੈਂ ਜਿਹੜਾ ਕਲਾਸੀਕਲ ਮਿਊਜ਼ਿਕ ਆ ਉਹਨੂੰ ਮੈਂ ਸਮਝਦਾ। ਤੇ ਮੈਂ ਉਰਦੂ ਸਿੱਖਿਆ ਕਾਲੀ ਸਾਹਿਬ ਗਜ਼ਲ ਸਮਝਣ ਲਈ ਜੀ। ਮੇਰੇ ਗੁਆਂਢ ਇੱਕ ਬਜ਼ੁਰਗ ਸੀਗੇ ਜੀ, ਰਾਜਪੂਤ ਸੀ, ਉਹ ਬਹੁਤ ਅੱਛਾ ਉਰਦੂ 10 ਪੜ੍ਹੇ ਸੀ ਉਰਦੂ ਦੀਆਂ। ਬਾਲੀ ਸਾਹਿਬ ਵੀ ਉਰਦੂ ਫਾਰਸੀ ਜਾਣਦੇ, ਉਹਨਾਂ ਕੋਲੋਂ ਵੀ ਮੈਂ ਸਿੱਖਿਆ। ਤੇ ਮੈਂ ਉਰਦੂ ਦਾ ਮੈਨੂੰ ਮਤਲਬ ਪੂਰਾ ਨੌਲੇਜ ਆ। ਮੈਂ ਗਜ਼ਲ ਵੀ ਲਿਖਦਾ, ਗੀਤ ਵੀ ਲਿਖਦਾ, ਤੇ ਨਜ਼ਮ ਵੀ ਲਿਖਦਾ। ਤੇ ਉਰਦੂ ਦੀ ਜਿਹੜੀ ਸ਼ਾਇਰੀ ਆ ਉਹ ਮੈਂ ਡਾਕਟਰ ਇਕਬਾਲ ਨੂੰ, ਫੈਜ਼ ਅਹਿਮਦ ਫੈਜ਼ ਨੂੰ ਬਹੁਤ ਲਾਈਕ ਕਰਦਾ ਖਾਸ ਤੌਰ ਤੇ। ਉਹਨਾਂ ਨੂੰ ਮੈਂ ਪੜ੍ਹਿਆ ਸੁਣਿਆ। ਫੈਜ਼ ਅਹਿਮਦ ਫੈਜ਼ ਦਾ ਇੱਕ ਸ਼ੇਰ ਆ, ਉਹਨਾਂ ਦੀ ਬੇਟੀ ਨੇ ਦੱਸਿਆ ਹੈ ਜੀ। ਉਹਨਾਂ ਦੀ ਇੱਕ ਗਜ਼ਲ ਦਾ ਸ਼ੇਰ ਆ, ਜਿਸ ਧਜ ਸੇ ਕੋਈ मकतल में गया वो शान सलामत रहती है, इस जान का क्या है जान तो आनी जानी। ਵਾਹ ਵਾਹ ਵਾਹ। ਮੈਨੂੰ ਲੱਗਦਾ ਆਪਾਂ ਫੈਜ਼ ਹੋਰਾਂ ਨੂੰ ਸਲੂਟ ਦੇ ਉੱਤੇ ਖਤਮ ਕਰ ਦਿੰਨੇ ਆਪਾਂ ਸੁਣੋ, ਮੈਂ ਜੋ ਕਹਿਣਾ ਚਾਹੁੰਦਾ ਕਿ ਆਪਾਂ ਆਪਣੇ ਦਰਸ਼ਕਾਂ ਨਾਲ ਇਹ ਜ਼ਰੂਰ ਵਾਅਦਾ ਕਰ ਲੈਂਦੇ ਹਾਂ ਕਿ ਤੁਹਾਡੇ ਗਜ਼ਲ
ਤੇ ਨਜ਼ਮ ਜੋ ਵੀ ਤੁਸੀਂ ਲਿਖਦੇ ਹੋ ਉਹ ਆਪਾਂ ਫੇਰ ਕਿਤੇ ਨਾ ਕਿਤੇ ਗਾਹੇ ਬਗਾਹੇ ਲੰਘਦੇ ਆ ਵੜਦੇ ਆ ਆਪਣੀ ਮੁਲਾਕਾਤ ਹੁੰਦੀ ਰਹਿਣੀ ਆ, ਆਪਾਂ ਉਹ ਜ਼ਰੂਰ ਸਾਂਝੀ। ਮੇਰੀ ਗੱਲ ਵਿੱਚ ਰਹਿ ਗਈ, ਮੈਂ ਦੱਸਣੀ ਚਾਹੁੰਦਾ ਜੋ ਫੈਜ਼ ਅਹਿਮਦ ਫੈਜ਼ ਦੀ ਬੇਟੀ ਨੇ ਇਹ ਲਿਖਿਆ ਵੀ ਇਹ ਜਿਹੜਾ ਸ਼ੇਰ ਆ ਨਾ ਇਹ ਉਹਨਾਂ ਨੇ ਭਗਤ ਸਿੰਘ ਨੂੰ ਡੋਨੇਟ ਕੀਤਾ। ਬਈ ਉਹ ਜਿੱਥੇ ਸ਼ੇਰ ਲਿਖਿਆ ਸੀ ਉੱਥੇ 23 ਮਾਰਚ 1931 ਲਿਖਿਆ ਸੀਗਾ। ਬਈ ਜਿੱਦਾਂ ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ ਵੀ ਇਹਦਾ ਪੰਜਾਬੀ ਕੀ ਆ, ਵੀ ਅਸਲ ਦੇ ਵਿੱਚ ਜਿਸ ਧੱਜ ਸੇ ਕੋਈ ਮਕਤਲ ਮੇ ਗਿਆ, ਵੀ ਜਿਸ ਸ਼ਾਨ ਦੇ ਨਾਲ ਕੋਈ ਕਤਲ ਹੋਣ ਜਾ ਰਿਹਾ, ਕਤਲਗਾਹ ਕਹਿੰਦੇ ਆ ਮਕਤਲ ਨੂੰ, ਵੀ ਜਿਸ ਧੱਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਿਤੀ ਹੈ, ਇਸ ਜਾਨ ਕਾ ਕਿਆ ਹੈ ਜਾਨ ਤੋਂ ਆਨੀ ਜਾਣੀ। ਤੇ ਇਸ ਪੱਧਰ ਦੀ ਜਿਹੜੀ ਸ਼ਾਇਰੀ ਆ, ਇਸ ਪੱਧਰ ਦਾ ਜਿਹੜਾ ਮਿਊਜ਼ਿਕ ਆ ਉਹ ਮੈਂ ਲਾਈਕ ਕਰਦਾ, ਉਹ ਮੈਂ ਜਿੰਦ ਜਾਨ ਨਾਲੋਂ ਵਾਧੂ ਆਪਾਂ ਨੂੰ ਸਮਝਦਾ। ਮੈਂ ਹਰ ਵੇਲੇ ਔਰ ਮੈਂ ਰੇਡੀਓ ਦੇ ਨਾਲ ਪਿਛਲੇ 40 ਸਾਲ ਤੋਂ ਜੁੜਿਆ, ਬਹੁਤ ਕੁਝ ਮੈਨੂੰ ਸਿੱਖਣ ਦਾ ਮੌਕਾ ਮਿਲਿਆ। ਤੇ ਮੈਂ ਇੱਕ ਵਾਰ ਫੇਰ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਕਿ ਤੁਹਾਡੇ ਚੈਨਲ ਦੇ ਰੂਬਰੂ। ਹੁਣ ਦਰਸ਼ਕ ਦੇਖਣਗੇ EPW ਪੜ੍ਹਨ ਵਾਲੇ ਔਰ ਭਗਤ ਸਿੰਘ ਹੋਰਾਂ ਦੀਆਂ ਲਿਖਤਾਂ ਪੜ੍ਹਨ ਵਾਲੇ, ਲਗਾਤਾਰ ਰੇਡੀਓ ਦੇ ਨਾਲ ਜੁੜੇ ਹੋਏ 40 ਸਾਲਾਂ ਤੋਂ ਜੁੜੇ ਹੋਏ ਉਹ ਸ਼ਖਸ ਜਿਹੜਾ ਹੱਥੀਂ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਤੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਵੀ ਵੱਡੀ ਪੱਧਰ ਦੇ ਉੱਤੇ ਦੇ ਰਹੇ ਨੇ। ਦੋਸਤੋ ਫਿਰ ਮੁਲਾਕਾਤ ਹੁੰਦੀ ਰਹੇਗੀ। ਤੁਸੀਂ ਆਪਣਾ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਮੁਹੱਬਤਾਂ ਸ਼ੇਅਰ ਕਰਦੇ ਹੀ ਹੋ, ਦੱਬ ਕੇ ਕਰ ਦਿਆ ਕਰੋ, ਵੀਡੀਓ ਨੂੰ ਵੀ ਸ਼ੇਅਰ ਕਰ ਦਿਆ ਕਰੋ, ਅੱਗੇ ਗਾਂ ਤੋਂ ਗਾਂ ਗੱਲ ਫੈਲਦੀ ਜਾਵੇ। ਸੰਧੂ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਦੋਸਤਾਂ ਦਾ ਧੰਨਵਾਦ।